ਜੇ ਉਹਨੀ ਅੱਖਾਂ ਮੀਟੀਆਂ ਤਾਂ ਇੱਕ ਦਿਨ 'ਚ ਉਦਾਸੀਆਂ ਕਰ ਦੇਣੀਆਂ ਸੀਗੀਆਂ, ਫਿਰ ਇੰਨਾ ਟਾਈਮ ਉਹਨਾਂ ਨੂੰ ਕਾਹਦੇ ਲੱਗਾ। ਉਹਨੇ ਕਿਹਾ ਸੀ ਵੀ ਕਰੇ ਕਰਾਵੇ ਆਪੇ ਆਪ, ਮਾਨਸ ਕੇ ਕੁਛ ਨਾ ਯਾਦ। ਉਹਨੇ ਕਿਹਾ ਵੀ ਕੁਦਰਤ ਦੀ ਕਰਨੀ ਜਿਹੜੀ ਆ ਉਹੀ ਸੱਚ ਆ, ਇਹਨੂੰ ਨਾ ਮੋੜ ਸਕਦਾ ਕੋਈ, ਨਾ ਤਰੋੜ ਸਕਦਾ ਜੀ। ਤੇ ਕਰਮ ਕਰਨਾ ਚਾਹੀਦਾ, ਸੱਚ ਬੋਲੋ, ਕਰਮ ਕਰੋ, ਕਿਰਤ ਦੀ ਖਾਓ। ਔਰ ਹੁਣ ਮੁਕਾਬਲਾ ਜਿਹੜਾ ਉਹ ਬੀਬੀ ਜਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵਿਚਾਲੇ ਆ। 9 ਨਵੰਬਰ ਨੂੰ ਇਹ ਫਾਈਟ ਹੈ ਜਿਹੜੀ ਉਹ ਹੋਏਗੀ। ਤਾਂ ਸਾਹਿਬ ਉਹਨਾਂ ਦੀ ਗੱਲ ਤੇ ਜਿਹੜੀ ਹੈ ਕਹਿ ਲਓ ਵੀ ਮੋਹਰ ਲਾਉਂਦੇ ਹੋਏ ਕਹਿੰਦੇ ਕਿ ਪਹਿਲੀ ਜਿੱਤ ਤਾਂ ਬੀਬੀ ਦੀ ਹੋ ਗਈ ਆ, ਦੂਜੀ ਜਿੱਤ ਵੀ ਕਹਿੰਦੇ ਵੀ ਉਹ ਹੋ ਜਾਏਗੀ, ਵੀ ਸਾਡੇ ਨਾਲ ਇੰਨੇ ਮੈਂਬਰ ਹੈਗੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2-3 ਲਾਈਵ ਅਸੀਂ ਲੈ ਕੇ ਆਉਂਦੇ ਹਾਂ ਵੱਖੋ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਸਿੱਧਾ ਰਾਬਤਾ ਬਣਾਉਣਾ ਚਾਹੀਏ ਚੰਡੀਗੜ੍ਹ ਸਟੂਡੀਓ ਦੇ ਵਿੱਚ। ਪਹਿਲਾ ਨੰਬਰ ਹੈਗਾ 888 923 2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਚੰਡੀਗੜ੍ਹ ਸਟੂਡੀਓ ਦੇ ਵਿੱਚ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਦੂਜਾ ਨੰਬਰ ਰੱਖਿਆ ਹੋਇਆ, ਉਹ ਹੈਗਾ ਜੀ 88 725 88 835। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਗਲੀ ਮੁਹੱਲੇ ਦੀ ਕੋਈ ਵੱਡੀ ਖਬਰ ਜੋ ਕਿ ਅਖਬਾਰਾਂ ਦਾ ਹਿੱਸਾ ਨਹੀਂ ਬਣਦੀ ਜਾਂ ਫਿਰ ਟੈਲੀਵਿਜ਼ਨ ਦੀ ਜਿਹੜੀ ਸੁਰਖੀ ਹੈ ਉਹ ਨਹੀਂ ਬਣਦੀ, ਉਹ ਤੁਸੀਂ ਸਾਡੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਪ੍ਰੋਗਰਾਮ ਲਗਾਤਾਰ ਤੁਸੀਂ ਟੈਲੀਵਿਜ਼ਨ ਦੇ ਜ਼ਰੀਏ ਲਾਈਵ ਦੇਖ ਰਹੇ ਹੋ, ਨਾਲ ਦੀ ਨਾਲ ਪ੍ਰੋਗਰਾਮ ਹੈ ਜਿਹੜਾ ਉਹ ਫੇਸਬੁੱਕ ਤੇ ਵੀ ਲਾਈਵ ਜਾ ਰਿਹਾ, ਉੱਥੇ ਵੀ ਤੁਸੀਂ ਕਮੈਂਟ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਜਿਹੜੇ ਉਹ ਰੱਖ ਸਕਦੇ ਹੋ। ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕਾਂਗਚੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਸ਼ੁਕਰੀਆ ਤੁਹਾਡਾ ਬਹੁਤ-ਬਹੁਤ, ਔਰ ਸਵਾਗਤ ਸਾਡੇ ਦਰਸ਼ਕਾਂ ਦਾ ਸਾਡੇ ਨਾਲ ਜੁੜੇ ਨੇ ਜਿਹੜੇ। ਔਰ ਅੱਜ ਖਾਸ ਤੌਰ ਤੇ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਉਸ ਦੇ ਉੱਪਰ ਗੱਲਬਾਤ ਕਰਾਂਗੇ। ਦਰਸ਼ਕ ਵੀ ਆਪਣੇ ਰਾਏ ਜ਼ਰੂਰ ਰੱਖਣ ਤੇ ਕਿਵੇਂ ਉਹ ਮਨਾਉਂਦੇ ਨੇ, ਵਿਦੇਸ਼ਾਂ ਦੇ ਵਿੱਚ ਕਿਵੇਂ ਮਨਾਉਂਦੇ ਨੇ, ਦੇਸ਼ਾਂ 'ਚ ਕਿਵੇਂ ਮਨਾਉਂਦੇ ਨੇ, ਉਸ ਦੇ ਬਾਰੇ ਆਪਣੀ ਗੱਲਬਾਤ ਜ਼ਰੂਰ ਰੱਖਣ ਜੀ। ਬਿਲਕੁਲ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਨੇ, ਨਗਰ ਕੀਰਤਨ ਵੀ ਸਜਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਦੇ ਵਿੱਚ ਵੀ ਨਹੀਂ, 7 ਸਮੁੰਦਰ ਪਾਰ ਜਿਹੜੇ ਵਿਦੇਸ਼ ਦੇ ਜਿੱਥੇ ਸਾਡੇ ਪੰਜਾਬੀ ਰਹਿੰਦੇ ਨੇ, ਉੱਥੇ ਜਿਹੜਾ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਕਈ ਦਿਨਾਂ ਤੋਂ ਨਹੀਂ ਕਹਿ ਸਕਦੀ ਮੈਂ, ਮਹੀਨਿਆਂ ਤੋਂ ਕਹਿ ਰਹੀ ਹਾਂ ਕਿ ਆਗਮਨ ਪੁਰਬ ਨੂੰ ਲੈ ਕੇ ਮਹੀਨਿਆਂ ਤੋਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਕਿ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਸੋ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਚਾਹੀਦੀ। ਸੋ ਗੁਰੂ ਘਰਾਂ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਦੀਪਮਾਲਾ ਕਰਕੇ ਸਜਾਇਆ ਜਾ ਰਿਹਾ ਹੈ। ਤਾਂ ਸਾਰਿਆਂ ਨੇ ਦੱਸਣਾ ਕਿ ਕਿਹੜੇ ਦੇਸ਼ ਦੇ ਵਿੱਚ ਤੁਸੀਂ ਕਿਹੜੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ, ਕੀ ਕੁਝ ਖਾਸ ਚੱਲ ਰਿਹਾ, ਕਿਵੇਂ ਤੁਸੀਂ ਜਿਹੜਾ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਬ ਹੈ ਜਿਹੜਾ ਉਹ ਮਨਾਉਂਦੇ ਹੋ। ਸੋ ਬਲਦੀਪ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਨਵਦੀਪ, ਸਭ ਤੋਂ ਵੱਡਾ ਆਪਾਂ ਕਹਿ ਲਈਏ ਕਿ ਸਿੱਖ ਧਰਮ ਦੇ ਵਿੱਚ ਅਗਰ ਕੋਈ ਪ੍ਰਕਾਸ਼ ਪੁਰਬ ਦੀ ਗੱਲ ਕਰੀਏ ਜਾਂ ਗੁਰਪੁਰਬ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਗੁਰਪੁਰਬ ਜਿਹੜਾ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜਾ ਆਉਂਦਾ ਹੈਗਾ। ਔਰ ਵੱਖ-ਵੱਖ ਥਾਵਾਂ ਦੇ ਉੱਪਰ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਸੰਗਤ ਜਿਹੜੀ ਆ ਉਹ ਬਹੁਤ ਧੂਮ-ਧਾਮ ਨਾਲ ਜਿਹੜਾ ਉਹ ਗੁਰਪੁਰਬ ਮਨਾਉਂਦੀ ਹੈ। ਖਾਸ ਤੌਰ ਤੇ ਭਾਰਤ ਤੋਂ ਪਾਕਿਸਤਾਨ ਦੇ ਲਈ ਜੱਥੇ ਰਵਾਨਾ ਹੁੰਦੇ ਨੇ, ਇਸ ਵਾਰ ਵੀ ਹੋਏ ਨੇ। ਔਰ ਨਨਕਾਣਾ ਸਾਹਿਬ ਜਾ ਕੇ ਸੰਗਤ ਜਿਹੜੀ ਆ ਉਹ ਦਰਸ਼ਨ ਕਰਦੀ ਹੈ ਜਿੱਥੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਔਰ ਹੋਰ ਵੀ ਪਾਕਿਸਤਾਨ ਦੇ ਵਿੱਚ ਕਈ ਗੁਰੂ ਧਾਮ ਨੇ, ਪੰਜਾ ਸਾਹਿਬ, ਨਨਕਾਣਾ ਸਾਹਿਬ, ਇਹ ਤਮਾਮ ਗੁਰੂ ਧਾਮਾਂ ਦੇ ਦਰਸ਼ਨ ਜਿਹੜੇ ਨੇ ਉੱਥੇ ਸੰਗਤ ਕਰਦੀ ਹੈ। ਔਰ ਬਾਣੀ ਦੇ ਵਿੱਚ ਜਾਂ ਵੱਖ-ਵੱਖ ਕਹਿ ਲਓ ਕਿ ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਹੈਗੀਆਂ ਨੇ ਜਾਂ ਹੋਰ, ਉਹਨਾਂ ਦੇ ਵਿੱਚ ਜ਼ਿਕਰ ਜਿਹੜਾ ਉਹ ਆਉਂਦਾ ਕਿ ਕਿਸ ਤਰੀਕੇ ਨਾਲ ਜਿਸ ਵੇਲੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਉਸ ਵੇਲੇ ਹਾਲਾਤ, ਸਮਾਜਿਕ ਹਾਲਾਤ ਜਿਹੜੇ ਨੇ ਉਹ ਕਿਹੋ ਜਿਹੇ ਸੀਗੇ, ਰਾਜੇ ਜਿਹੜੇ ਉਹ ਕਿਸ ਤਰੀਕੇ ਦਾ ਵਰਤਾਰਾ ਕਰਦੇ ਸੀ। ਬੜੀ ਸਖਤ ਜਿਹੜੀ ਸ਼ਬਦਾਵਲੀ ਵੀ ਜਿਹੜੀ ਆ ਉਹ ਵਰਤੀ ਗਈ ਹੈ ਰਾਜਿਆਂ ਦੇ ਪ੍ਰਤੀ ਉਸ ਵੇਲੇ। ਰਾਜੇ ਸ਼ੀਂ ਮੁਕੱਦਮ ਕੁੱਤੇ, ਇੱਥੋਂ ਤੱਕ ਸ਼ਬਦਾਵਲੀ ਜਿਹੜੀ ਆ ਉਹ
ਵਰਤੀ ਗਈ ਹੈਗੀ ਹੈ। ਔਰ ਉਸ ਵੇਲੇ ਦਾ ਸਾਰਾ ਸਮਾਜਿਕ ਪੋਲੀਟੀਕਲ ਵਰਤਾਰਾ ਕੀ ਸੀਗਾ ਉਹ ਵੀ ਜਿਹੜਾ ਉਹ ਬਿਆਨ ਕੀਤਾ ਹੋਇਆ। ਔਰ ਬੜੇ ਇੰਟਰਸਟਿੰਗ ਫੈਕਟਸ ਨੇ ਕਿ ਬਾਬਰ ਦਾ ਜ਼ਿਕਰ ਹੁੰਦਾ ਹੈ ਜਦੋਂ ਕਿ ਬਾਬਰ ਨੂੰ ਜਿਹੜਾ ਕਿ ਉਹ ਜ਼ਾਲਿਮ ਦੇ ਤੌਰ 'ਤੇ ਇੱਕ ਤਰੀਕੇ ਨਾਲ ਦੇਖਿਆ ਜਾਂਦਾ, ਕਿਉਂਕਿ ਦੇਖੋ ਇੱਕ ਗੱਲ ਸਾਫ਼ ਹੈਗੀ ਹੈ ਕਿ ਜਿੰਨੇ ਵੀ ਇਨਵੇਡਰਸ ਸੀਗੇ ਉਹਨਾਂ ਨੇ ਲੁੱਟ ਤਾਂ ਕੀਤੀ ਹੈ ਡੈਫੀਨੇਟਲੀ, ਇਹ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਔਰ ਬਾਬਰ ਦੇ ਸਾਹਮਣੇ ਬਹਿ ਕੇ ਬਾਬਰ ਨੂੰ ਜ਼ਾਬਰ ਕਹਿਣ ਵਾਲਾ ਕੋਈ ਹੋਰ ਨਹੀਂ ਸੀ, ਸਿਰਫ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਬਾਬਰ ਦੇ ਸਾਹਮਣੇ ਬੈਠ ਕੇ ਬਾਬਰ ਨੂੰ ਜ਼ਾਬਰ ਕਹਿ ਰਹੇ ਸੀ ਕਿ ਤੂੰ ਜ਼ਾਬਰ ਹੈ। ਔਰ ਇਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਬਾਣੀ ਹੈਗੀ ਹੈ ਉਹਦੇ ਵਿੱਚ ਵੀ ਕਿਹਾ ਗਿਆ ਪਾਪ ਦੀ ਜੰਜ ਲੈ ਕਾਬਲੋਂ ਧਾਇਆ। ਅਫਗਾਨਿਸਤਾਨ ਤੋਂ ਜਿਹੜਾ ਉਹ ਆਉਂਦਾ ਹੈਗਾ ਇੰਡੀਆ ਦੇ ਵਿੱਚ ਇਨਵੇਡ ਕਰਨ ਦੇ ਲਈ। ਔਰ ਇਹ ਸਾਰੀਆਂ ਚੀਜ਼ਾਂ ਤੇ ਨਾਲ ਦੀ ਨਾਲ ਸੰਗਤ ਜਿਹੜੀ ਹੈ ਔਰ ਸਿੱਖ ਧਰਮ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਤੋਂ ਹੁੰਦੀ ਹੈ, ਉਸ ਦੀ ਗੱਲਬਾਤ ਅੱਜ ਕਰਾਂਗੇ। ਜੀ ਬਿਲਕੁਲ। ਤਾਂ ਉਵੇਂ ਹੀ ਜਿੰਨਾ ਟਾਈਮ ਦਰਸ਼ਕ ਆਪਣੇ ਨਾਲ ਜੁੜਦੇ ਨੇ, ਵੈਸੇ ਤਾਂ ਸਾਨੂੰ ਪਤਾ ਹੈ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਸਮਾਗਮ ਚੱਲ ਰਹੇ ਨੇ, ਤਾਂ ਸਾਰੇ ਦਰਸ਼ਕ ਤਕਰੀਬਨ ਉੱਥੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਨੇ, ਕਿਉਂਕਿ ਕਈ ਏਰੀਆ ਦੇ ਵਿੱਚ ਜਿੱਥੇ ਦਿਨ ਦਾ ਜਿਹੜਾ ਸਮਾਂ ਚੱਲ ਰਿਹਾ ਹੈਗਾ ਤਾਂ ਉੱਥੇ ਗੁਰੂ ਘਰਾਂ ਦੇ ਵਿੱਚ ਵੀ ਚਹਿਲ ਪਹਿਲ ਲੱਗੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਕਿਹੜਾ ਕੰਮ ਕਿਵੇਂ ਕਰਨਾ। ਵੱਡੇ ਸਮਾਗਮ ਹੋ ਰਹੇ ਨੇ, ਉਹਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਪਰ ਫਿਰ ਵੀ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਜੁੜਨਾ ਹੈ ਤਾਂ ਕਿ ਆਪਾਂ ਸਾਰੇ ਦਰਸ਼ਕਾਂ ਨੂੰ ਦੱਸ ਸਕੀਏ ਕਿ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਭਰ ਦੇ ਵਿੱਚ ਕਿੰਨੇ ਉੱਚ ਪੱਧਰ 'ਤੇ ਮਨਾਇਆ ਜਾਂਦਾ ਹੈ। ਸਿਰਫ ਸਿੱਖ ਕਮਿਊਨਿਟੀ ਨਹੀਂ, ਬਾਕੀ ਕਮਿਊਨਿਟੀਜ਼ ਨੂੰ ਵੀ ਬੜਾ ਲਗਾਵ ਹੈ, ਬਾਕੀ ਕਮਿਊਨਿਟੀਜ਼ ਨੂੰ ਵੀ ਸਿੱਖ ਧਰਮ ਦੇ ਨਾਲ ਜਾਂ ਬਾਬੇ ਨਾਨਕ ਦੇ ਜਿਹੜੇ ਪੈਰੋਕਾਰ ਨੇ ਥਾਂ 'ਤੇ ਵਸਦੇ ਨੇ। ਤਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਇਕੱਲੇ ਸਿੱਖ ਕਮਿਊਨਿਟੀ ਨਹੀਂ ਕਹਿੰਦੀ ਕਿ ਬਾਬਾ ਨਾਨਕ ਸਾਡਾ ਹੈ ਨਾ, ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਨੇ ਸਿੱਖ ਕਮਿਊਨਿਟੀ ਦੇ, ਕਿ ਬਾਕੀ ਕਮਿਊਨਿਟੀਜ਼ ਦੇ ਲੋਕ ਨੇ ਜਿਹੜੇ ਉਹ ਵੀ ਉਹਨਾਂ ਦਾ ਤਹਿ ਦਿਲੋਂ ਓਨਾ ਹੀ ਸਤਿਕਾਰ ਕਰਦੇ ਨੇ, ਓਨਾ ਹੀ ਆਦਰ ਕਰਦੇ ਨੇ। ਕਿਉਂਕਿ ਉਹ ਸਮਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਉਹ ਇੰਨੇ ਸਾਲ ਪਹਿਲਾਂ ਦਾ ਸਮਾਂ ਜਦੋਂ ਲੋਕ ਤਾਂ ਵੈਸੇ ਕਰਮ ਕਾਂਡਾਂ 'ਚੋਂ ਅੱਜ ਵੀ ਨਹੀਂ ਨਿਕਲੇ, ਅੱਜ ਵੀ ਲੋਕ ਉੱਦਾਂ ਹੀ ਤੁਰੇ ਫਿਰਦੇ ਨੇ, ਕਦੇ ਕੋਈ ਕਿਤੇ ਫਿਰਦਾ, ਕੋਈ ਕਿਤੇ ਫਿਰਦਾ, ਜਿਨ੍ਹਾਂ ਦੀ ਆਪਾਂ ਅਕਸਰ ਗੱਲਾਂ ਬਾਤਾਂ ਕਰਦੇ ਹਾਂ ਕਿ ਕਿੰਨਾ ਕੁਛ ਹੈ ਜਿਹੜਾ ਸਮਾਜ ਦੇ ਵਿੱਚ ਵੱਧ ਗਿਆ। ਪਰ ਉਸ ਸਮੇਂ 'ਤੇ ਬਿਨਾਂ ਕਿਸੇ ਸੋਸ਼ਲ ਮੀਡੀਆ ਤੋਂ, ਬਿਨਾਂ ਕਿਸੇ ਨੈਟਵਰਕ ਤੋਂ ਤਾਂ ਬਾਬੇ ਨਾਨਕ ਨੇ ਕਿਸ ਤਰੀਕੇ ਦੇ ਨਾਲ ਉਦਾਸੀਆਂ ਕੀਤੀਆਂ, ਕਿਵੇਂ ਲੋਕਾਂ ਨੂੰ ਭੁੱਲੇ ਭਟਕੇ ਲੋਕਾਂ ਨੂੰ ਸਹੀ ਦਿਸ਼ਾ ਦਿਖਾਈ, ਚੰਗਾ ਰਾਹ ਦਿਖਾਇਆ, ਉਹਨਾਂ ਨੂੰ ਦੱਸਿਆ ਕਿ ਇਹਨਾਂ ਕਰਮ ਕਾਂਡਾਂ ਦੇ ਵਿੱਚ ਕੁਝ ਨਹੀਂ ਰੱਖਿਆ, ਤੁਸੀਂ ਵੈਸੇ ਹੀ ਰੱਬ ਦਾ ਸਿਮਰਨ ਕਰਿਆ ਕਰੋ, ਵੈਸੇ ਹੀ ਰੱਬ ਦਾ ਜਾਪ ਕਰੋ, ਚੰਗੇ ਕਰਮ ਕਰੋ, ਹੈ ਨਾ। ਜਦੋਂ ਮਲਿਕ ਭਾਗੋ ਦਾ ਜਾਂ ਭਾਈ ਲਾਲੋ ਦੀ ਵੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਉਸ ਸਮੇਂ ਦੇ ਵਿੱਚ ਵੀ ਹਾਲਾਤ ਅੱਜ ਵਰਗੇ ਹੀ ਸੀਗੇ। ਅੱਜ ਵਰਗੇ ਹਾਲਾਤਾਂ ਦੇ ਵਿੱਚੋਂ ਲੋਕਾਂ ਨੂੰ ਕੱਢਣ ਦੇ ਲਈ ਹੀ ਬਾਬਾ ਨਾਨਕ ਇਸ ਧਰਤੀ 'ਤੇ ਆਇਆ ਸੀ ਤੇ ਉਹਨਾਂ ਨੇ ਬਹੁਤ ਸਾਰੀਆਂ ਸਿੱਖਿਆਵਾਂ ਸਾਡੇ ਲਈ ਦਿੱਤੀਆਂ ਨੇ। ਸਾਡਾ ਮਾਰਗਦਰਸ਼ਕ ਜੋ ਅੱਜ ਵੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਿੱਖੀ ਸਿਧਾਂਤਾਂ ਤੋਂ ਜਿਹੜੇ ਜਾਣੂ ਨੇ ਉਹ ਸਭ ਕੁਝ ਦੇਖਦੇ ਨੇ ਕਿ ਸਾਡੇ ਗੁਰੂਆਂ ਨੇ ਸਾਨੂੰ ਕਿਹੜੇ ਸਿਧਾਂਤ ਦੱਸੇ ਨੇ, ਕਿੰਨਾਂ 'ਤੇ ਅਸੀਂ ਚੱਲਣਾ, ਕਿੰਨਾਂ 'ਤੇ ਅਸੀਂ ਠੋਕ ਕੇ ਪਹਿਰਾ ਦੇਣਾ ਤਾਂ ਕਿ ਅਸੀਂ ਸਮਾਜ ਦੇ ਵਿੱਚ ਚੰਗੇ ਇਨਸਾਨ ਬਣ ਕੇ ਵਿਚਰ ਸਕੀਏ। ਬਿਲਕੁਲ। ਔਰ ਇਸੇ ਆਪਾਂ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਦੀ ਜੋ ਫਿਲਾਸਫੀ ਸੀ, ਜੋ ਉਹਨਾਂ ਦੀਆਂ ਸਿੱਖਿਆਵਾਂ ਸੀ, ਜਾਂ 10 ਗੁਰੂ ਸਾਹਿਬ ਜਿਹੜੇ ਸਾਡੇ ਹੋਏ ਨੇ, ਉਹਨਾਂ ਦਾ ਹੀ ਨਤੀਜਾ ਹੈ ਕਿ ਅੱਜ ਸਾਡੀ ਜਿਹੜੀ ਪੰਜਾਬ ਦੇ ਲੋਕ ਨੇ, ਸਿੱਖ ਕੌਮ ਹੈਗੀ ਆ, ਉਹ ਵਿਦੇਸ਼ਾਂ 'ਚ ਜਾ ਕੇ ਵੀ ਉਹਨਾਂ ਨੇ ਜਿਹੜਾ ਉਹ ਨਾਮ ਖੱਟਿਆ। ਕੀ ਚੀਜ਼ ਸਾਨੂੰ ਡਿਸਟਿੰਕਟ ਬਣਾਉਂਦੀ ਹੈ ਦੂਜਿਆਂ ਤੋਂ, ਇਹ ਸੋਚਣ ਦੀ ਲੋੜ ਹੈ। ਬਾਕੀ ਕੌਮਾਂ ਵੀ ਨੇ, ਸਾਨੂੰ ਉਹਨਾਂ ਤੋਂ ਵੱਖਰਾ ਕੀ ਚੀਜ਼ ਬਣਾਉਂਦੀ ਹੈ। ਆਈ ਥਿੰਕ ਉਹ ਸਿੱਖ ਧਰਮ ਦੀ ਫਿਲਾਸਫੀ, ਆਈਡੀਓਲੋਜੀ ਹੈ ਜਿਹੜੀ, ਉਹੀ ਸਾਨੂੰ ਉਸ 'ਚੋਂ ਡਿਸਟਿੰਕਟ ਬਣਾਉਂਦੀ ਹੈ। ਚਾਹੇ ਉਹ ਲੰਗਰ ਦੀ ਸੇਵਾ ਹੋਵੇ ਜਿਸ ਨੇ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਦੀ ਇੱਕ ਅਲੱਗ ਪਛਾਣ ਬਣਾਉਣ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈਗੀ ਹੈ। ਕਰੋਨਾ ਕਾਲ ਦੇ ਵਿੱਚ ਆਪਾਂ ਦੇਖਿਆ ਕਿ ਕਿਸ ਤਰੀਕੇ ਨਾਲ ਲੰਗਰ ਸੇਵਾ ਜਿਹੜੀ ਆ ਉਹ ਕੀਤੀ ਗਈ ਹੈ। ਕੱਲ੍ਹ ਦੀ ਮੈਂ ਇੱਕ ਖਬਰ ਵਿਦੇਸ਼ ਦੀ ਦੇਖ ਰਿਹਾ ਸੀ, ਜਸਟਿਨ ਟਰੂਡੋ ਖੁਦ, ਕਿਉਂਕਿ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈਗਾ, ਉੱਥੇ ਵੀ ਲੰਗਰ ਦੇ ਵਿੱਚ ਉਹ ਸੇਵਾ ਕਰਦੇ ਹੋਏ ਨਜ਼ਰ ਆਏ, ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਦੇ। ਤੋ ਇਹ ਚੀਜ਼ ਸਾਨੂੰ, ਜੋ ਉਹਨਾਂ ਦੀਆਂ ਸਿੱਖਿਆਵਾਂ ਸੀ ਗੁਰੂ ਨਾਨਕ ਸਾਹਿਬ ਦੀਆਂ, ਜੋ ਬਾਕੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸੀ, ਉਹ ਚੀਜ਼ ਸਾਨੂੰ ਪੂਰੀ ਦੁਨੀਆ ਤੋਂ ਇੱਕ ਅਲੱਗ ਕਰਕੇ ਖੜਾ ਕਰਦੀ ਆ। ਉਹ ਚੀਜ਼ ਰਵੀ ਸਿੰਘ ਖਾਲਸਾ ਏਡ, ਉਹਨਾਂ ਦੀ ਜੋ ਸੰਸਥਾ ਹੈ ਖਾਲਸਾ ਏਡ, ਉਹਨਾਂ ਦਾ ਦੇਖੋ ਤੁਸੀਂ ਪੂਰੇ ਸੰਸਾਰ ਦੇ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤ ਹੁੰਦੀ ਆ ਤਾਂ ਉੱਥੇ ਪਹੁੰਚ ਕੇ ਸੇਵਾ ਕਰਨਾ,
ਉਹ ਵੀ ਕਿਤੇ ਨਾ ਕਿਤੇ ਉਹ ਸਿੱਖ ਫਲਸਫੇ ਚੋਂ ਹੀ ਚੀਜ਼ ਨਿਕਲਦੀ ਆ। ਉਸ ਤੋਂ ਪਹਿਲਾਂ ਤੁਸੀਂ ਦੇਖੋ ਜ਼ਰਾ ਨਿਗਾਹ ਮਾਰ ਕੇ ਦੇਖੋ ਮਨੁੱਖਤਾ ਦੇ ਪੂਰੇ ਇਤਿਹਾਸ ਦੇ ਵਿੱਚ, ਜਾਂ ਸਿੱਖ ਧਰਮ ਤੋਂ ਬਾਹਰ ਕਿਤੇ ਨਿਗਾਹ ਮਾਰ ਕੇ ਦੇਖ ਲਓ ਮਨੁੱਖਤਾ ਦੇ ਪੂਰੇ ਇਤਿਹਾਸ ਦੇ ਵਿੱਚ ਚੈਰੀਟੇਬਲ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹ ਸਭ ਕੁਝ ਹੈਗਾ। ਮੈਂ ਨਹੀਂ ਕਹਿੰਦਾ ਕਿ ਨਹੀਂ, ਅੱਜ ਦੇ ਟਾਈਮ 'ਚ ਬੜਾ ਕੁਝ ਜਿਹੜਾ ਉੱਪਰ ਉਹ ਹੋਰ ਤਰੀਕੇ ਦੇ ਕਨਸੈਪਟ ਨੇ ਜਿਹੜੇ ਸਿੱਖੀਜ਼ਮ ਦੇ ਵਿੱਚ ਸੇਵਾ ਭਾਵ ਦਾ ਕਨਸੈਪਟ ਹੈ ਜਾਂ ਲੰਗਰ ਦਾ ਕਨਸੈਪਟ ਹੈਗਾ। ਕੋਈ ਵੀ ਆ ਜਾਵੇ, ਕੋਈ ਦੁਸ਼ਮਣ ਵੀ ਆ ਜਾਵੇ, ਉਸ ਨੂੰ ਉਹਦੇ ਨਾਲ ਕੋਈ ਵਿਤਕਰਾ ਨਹੀਂ, ਉਹ ਬਹਿ ਕੇ ਆਪਣਾ ਪੇਟ ਦੀ ਤ੍ਰਿਪਤੀ ਜਿਹੜੀ ਆ ਉਹ ਕਰ ਸਕਦਾ ਹੈਗਾ। ਤਾਂ ਇਹ ਕਨਸੈਪਟ ਆ ਜਿਹੜਾ ਉਹ ਸਿੱਖੀਜ਼ਮ ਦੇ ਵਿੱਚ ਦੇਖਣ ਨੂੰ ਮਿਲਦਾ, ਔਰ ਇਹੀ ਚੀਜ਼ ਸਾਨੂੰ ਦੁਨੀਆ ਤੋਂ ਇੱਕ ਵੱਖਰਾ ਕਰਕੇ ਖੜਾ ਕਰਦੀ ਹੈ। ਔਰ ਜਿੱਥੇ ਤੱਕ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਕਿਉਂਕਿ ਆਪਣੇ ਨਾਲ ਦਰਸ਼ਕ ਵੀ ਜੁੜੇ ਹੋਏ ਨੇ ਔਰ ਯਕੀਨਨ ਕੁਛ ਜਿਹੜੇ ਬੱਚੇ ਵੀ ਦੇਖਦੇ ਹੋਣਗੇ, ਤਾਂ ਥੋੜ੍ਹਾ ਜਿਹਾ ਆਪਾਂ ਹਿਸਟੋਰੀਕਲੀ ਬਿਆਨ ਕਰ ਦਈਏ ਉਸ ਚੀਜ਼ ਨੂੰ। 1469 ਦੇ ਵਿੱਚ, ਸੰਨ 1469 ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਇਆ, ਔਰ ਮਹਿਤਾ ਕਾਲੂ ਜੀ ਉਹਨਾਂ ਦੇ ਪਿਤਾ ਸੀ, ਔਰ ਪਟਵਾਰੀ ਬੇਸਿਕਲੀ ਸੀ, ਆਪਾਂ ਅਕਾਊਂਟੈਂਟ ਕਹਿ ਲਈਏ ਇੱਕ ਜਿਵੇਂ ਹੁੰਦੇ ਨੇ, ਤਾਂ ਉਹਨਾਂ ਦੇ ਪਿਤਾ ਜਿਹੜੇ ਸੀ ਉਹ ਪਟਵਾਰੀ ਸੀਗੇ। ਔਰ ਉਸ ਤੋਂ ਬਾਅਦ ਬਚਪਨ ਤੋਂ ਹੀ ਆਪਾਂ ਕਹਿ ਲਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਵਿਚਰਨ ਦਾ ਤਰੀਕਾ ਸੀ ਜਾਂ ਸੁਭਾਅ ਸੀ, ਉਹ ਇੱਕ ਵੱਖਰੇ ਕਿਸਮ ਦਾ ਸੀ। ਆਮ ਬੱਚਿਆਂ ਦੇ ਜਿਵੇਂ ਆਪਾਂ ਕਹਿ ਲਈਏ ਕਿ ਬੱਚੇ ਖੇਡਣ ਦੇ ਵਿੱਚ ਜ਼ਿਆਦਾ ਮਸਤ ਰਹਿੰਦੇ ਨੇ, ਤਾਂ ਉੱਦਾਂ ਦਾ ਨਹੀਂ ਸੀ। ਅਲੱਗ ਥਿੰਕਿੰਗ, ਸੋਚਣੀ ਜਿਹੜੀ ਆ ਉਸ ਹਿਸਾਬ ਦੀ ਸੀ। ਔਰ ਉਹੀ ਚੀਜ਼ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕਿ ਬਾਅਦ ਦੇ ਵਿੱਚ ਵੀ ਜਦੋਂ ਉਹ 4 ਉਦਾਸੀਆਂ ਕਰਦੇ ਨੇ, ਤਾਂ ਸਾਰੇ ਲੋਕ, ਸਾਰੀ ਲੋਕਾਈ ਜਿਹੜੀ ਆ ਉਹਨਾਂ ਦੀ ਦਲੀਲ ਤੋਂ, ਉਹਨਾਂ ਦੀ ਗੱਲ ਤੋਂ ਜਿਹੜੀ ਆ ਉਹ ਪ੍ਰਭਾਵਿਤ ਵੀ ਹੁੰਦੀ ਹੈ। ਚਾਹੇ ਉਹ ਬਗਦਾਦ ਦਾ ਜ਼ਿਕਰ ਕਰ ਲਈਏ, ਮੱਕਾ ਜਿਹੜੇ ਨੇ ਉਹ ਗਏ ਨੇ, ਚਾਹੇ ਉਹ ਸਿੱਧਾਂ ਦੇ ਨਾਲ ਜਿਹੜੀ ਗੋਸ਼ਟੀ ਕੀਤੀ ਹੈ, ਉੱਥੇ ਵੀ ਜਾ ਕੇ ਸਿੱਧਾਂ ਦੇ ਨਾਲ ਵੀ ਜਿਹੜੀ ਗੋਸ਼ਟੀ ਕੀਤੀ। ਔਰ ਸਿੱਧ ਕੋਈ ਆਮ ਉਹ ਨਹੀਂ ਸੀ ਕਿ ਆਮ ਇਨਸਾਨ ਸੀ, ਬੜੀ ਤਰ੍ਹਾਂ ਦੀਆਂ ਕਰਾਮਾਤਾਂ, ਸ਼ਕਤੀਆਂ। ਵੈਸੇ ਅੱਜ ਕੱਲ੍ਹ ਤਾਂ ਇਸ ਚੀਜ਼ ਦੇ ਉੱਪਰ ਵੀ ਤਰਕ ਖੜਾ ਹੋ ਜਾਂਦਾ ਜੀ, ਇੱਦਾਂ ਕਿੱਦਾਂ ਹੋ ਸਕਦਾ ਜੀ, ਇਹ ਤਾਂ ਐਵੇਂ ਖਾਮਖਾ ਦੀਆਂ ਗੱਲਾਂ ਨੇ। ਖੈਰ ਇਸ ਦੇ ਡਿਬੇਟ ਦੇ ਵਿੱਚ ਮੈਂ ਵੀ ਨਹੀਂ ਪੈਣਾ ਚਾਹੁੰਦਾ ਕਿ ਇਹ ਖਾਮਖਾ ਹੈ ਜਾਂ ਨਹੀਂ ਹੈ, ਕਿਉਂਕਿ ਸ਼ਾਇਦ ਮਨੁੱਖ ਜਿਹੜਾ ਉਹ ਅੱਜ ਇਸ ਤਰੀਕੇ ਨਾਲ ਸੋਚਦਾ ਕਿ ਅੱਜ ਮੈਂ ਟੈਕਨੋਲੋਜੀ ਦੇ ਸਾਹਮਣੇ ਖੜਾ, ਮੈਂ ਬਟਨ ਦੱਬਦਾ ਤਾਂ ਬੱਲਬ ਚੱਲ ਪੈਂਦਾ, ਮੈਂ ਬਟਨ ਦੱਬਦਾ ਤਾਂ ਪੱਖਾ ਚੱਲ ਪੈਂਦਾ। ਉਹ ਸਾਰਿਆਂ ਨੂੰ ਉਸੇ ਦਲੀਲ ਨਾਲ ਦੇਖਣਾ ਚਾਹੁੰਦਾ ਕਿ ਹਾਂ ਇਹ ਚੀਜ਼ ਇੱਦਾਂ ਹੀ ਸ਼ਾਇਦ ਹੋਊਗੀ। ਉਹ ਤੋਂ ਉਸ ਦਾਇਰੇ ਤੋਂ ਬਾਹਰ ਸ਼ਾਇਦ ਉਹ ਨਾ ਜਾਣਾ ਚਾਹੁੰਦਾ ਹੋਵੇ, ਜਾਂ ਉਹਦੇ ਲਈ ਜਾਣਾ ਵੀ ਔਖਾ ਹੈ। ਆਮ ਇਨਸਾਨ ਲਈ ਸ਼ਾਇਦ ਉਸ ਦਾਇਰੇ ਤੋਂ ਬਾਹਰ ਜਾਣਾ ਔਖਾ ਹੈ। ਸੋ ਫਿਰ ਉਸ ਵੇਲੇ ਤਰਕ ਖੜੇ ਹੋ ਜਾਂਦੇ ਨੇ ਕਿ ਇਹ ਇੱਦਾਂ ਕਿੱਦਾਂ ਹੋ ਸਕਦਾ ਜੀ, ਇਹ ਐਵੇਂ ਕਿਵੇਂ ਹੋਊਗਾ ਜੀ, ਉਹ ਉੱਦਾਂ ਕਿਵੇਂ ਹੋ ਸਕਦਾ ਜੀ। ਤਾਂ ਮੈਂ ਖੈਰ ਉਸ ਚੀਜ਼ 'ਚ ਨਹੀਂ ਪੈਣਾ ਚਾਹੁੰਦਾ। ਕਈ ਲੋਕ ਮੰਨਦੇ ਨੇ, ਕਈ ਲੋਕ ਨਹੀਂ ਮੰਨਦੇ ਹੈਗੇ, ਉਹ ਅਲੱਗ ਚੀਜ਼ ਹੈਗੀ ਹੈ। ਪਰ ਹਾਂ, ਇਹ ਇਤਿਹਾਸ ਦੇ ਵਿੱਚ ਜ਼ਰੂਰ ਹੈ, ਕਿਉਂਕਿ ਸਿੱਧ ਗੋਸ਼ਟ ਦਾ ਵੀ ਜ਼ਿਕਰ ਆਉਂਦਾ ਬਾਣੀ ਦੇ ਵਿੱਚ ਕਿ ਸਿੱਧਾਂ ਦੇ ਨਾਲ ਗੱਲਬਾਤ ਜਿਹੜੀ ਆ ਗੁਰੂ ਨਾਨਕ ਸਾਹਿਬ ਨੇ ਕੀਤੀ ਹੈਗੀ ਆ, ਔਰ ਬਾਣੀ ਜਿਹੜੀ ਆ ਉਹ ਰਚੀ ਆ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਕੀਤੀਆਂ ਬੇਸਿਕਲੀ, ਔਰ ਉਹਨਾਂ ਦੇ ਵਿੱਚੋਂ ਜਿਹੜੀ ਮੱਕੇ ਦੀ ਉਦਾਸੀ ਦੀ ਆਪਾਂ ਗੱਲ ਕਰੀਏ ਤਾਂ ਮੱਕੇ ਜਦੋਂ ਜਾਂਦੇ ਨੇ ਉਹ, ਤਾਂ ਉਸ ਵੇਲੇ ਜ਼ਿਕਰ ਆਉਂਦਾ ਕਿ ਜਿਹੜਾ ਉਹ ਪੈਰ ਮੱਕੇ ਦੇ ਵੱਲ ਕਰਕੇ ਪਏ ਹੁੰਦੇ ਨੇ, ਅਤੇ ਉਸ ਵੇਲੇ ਮੱਕਾ ਜਿਹੜਾ ਉਹ ਉਹਨਾਂ ਦੇ ਵੱਲ ਘੁੰਮ ਜਾਂਦਾ। ਇਹ ਜਦੋਂ ਜਿਹੜੇ ਉਹ ਹੁੰਦੇ ਨੇ ਜੋ ਮਸਜਿਦ ਦੇ ਜਿਹੜੇ ਹੁੰਦੇ ਨੇ, ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦੇ ਪੈਰ ਫੜ ਕੇ ਦੂਜੇ ਪਾਸੇ ਕੀਤੇ ਜਾਂਦੇ, ਤਾਂ ਮੱਕਾ ਵੀ ਜਿਹੜਾ ਉਹਨਾਂ ਦੇ ਪਾਸੇ ਘੁੰਮ ਜਾਂਦਾ ਹੈਗਾ। ਵੈਸੇ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਕਿ ਮੱਕਾ 3 ਵਾਰ ਕਹਿੰਦੇ ਘੁੰਮਿਆ। ਇਸ ਤੱਥ ਬਾਰੇ ਮੈਨੂੰ ਲੱਗਦਾ ਬਹੁਤੇ ਲੋਕ ਜਾਣੂ ਨਹੀਂ ਹੈਗੇ, ਪਰ ਇਹ ਵੀ ਚੀਜ਼ ਆਉਂਦੀ ਹੈ ਕਿ ਮੱਕਾ 3 ਵਾਰ ਘੁੰਮਿਆ ਹੈਗਾ। ਸੋ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਉਹਨਾਂ ਦਾ ਪ੍ਰਕਾਸ਼ ਪੁਰਬ 550ਵੇਂ ਪ੍ਰਕਾਸ਼ ਪੁਰਬ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲਿਆ। ਹੁਣ ਵੀ ਲੋਕ ਜਿਹੜੇ ਜਾ ਰਹੇ ਨੇ ਉੱਥੇ, ਔਰ ਹੁਣ ਜਿਹੜਾ ਇਹ ਐਤਕੀ 553ਵਾਂ ਪ੍ਰਕਾਸ਼ ਪੁਰਬ ਜਿਹੜਾ ਉਹ ਮਨਾਇਆ ਜਾਣਾ ਹੈਗਾ। ਔਰ ਦੇਸ਼ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਮਨਾਇਆ ਜਾਂਦਾ, ਤੇ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ, ਤੁਸੀਂ ਦੱਸੋ। ਜੀ ਬਿਲਕੁਲ, ਤਾਂ ਉਹੀ ਗੱਲ ਆਉਂਦੀ ਹੈ ਕਿ
ਜਦੋਂ ਬਾਬੇ ਨਾਨਕ ਦਾ ਜਨਮ ਦਿਹਾੜੇ ਦੀ ਗੱਲ ਆਉਂਦੀ ਹੈ, ਖਾਸ ਕਰਕੇ ਜਦੋਂ ਦੀਵਾਲੀ ਲੰਘਦੀ ਹੈ ਤਾਂ ਉਸ ਤੋਂ ਬਾਅਦ ਇਹੀ ਹੁੰਦਾ ਕਿ ਸਭ ਤੋਂ ਬਾਅਦ ਕਿ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆਵੇਗਾ ਤਾਂ ਉਸਨੂੰ ਕਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਵੇਗਾ। ਤਾਂ ਹੁਣ ਜਿਵੇਂ ਤੁਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕੀਤੀ ਹੈ ਤਾਂ ਪਿਛਲੇ 3 ਸਾਲਾਂ ਤੋਂ ਤਾਂ ਲਗਾਤਾਰ ਸਾਰੀਆਂ ਸੰਗਤਾਂ ਦੀ ਇਹੀ ਇੱਛਾ ਹੁੰਦੀ ਹੈ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਵੇ। ਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਹੀਂ ਕਹਾਂਗੀ, ਲੱਖਾਂ ਦੀ ਤਾਦਾਦ ਦੇ ਵਿੱਚ ਦੂਰ ਦੁਰਾਡੇ ਤੋਂ ਸੰਗਤ ਹੈ ਜਿਹੜੀ ਕਰਤਾਰਪੁਰ ਸਾਹਿਬ ਨਤਮਸਤਕ ਹੋ ਰਹੀ ਹੈ, ਉੱਥੋਂ ਦੇ ਦਰਸ਼ਨ ਕਰ ਰਹੀ ਹੈ। ਤਾਂ ਪੰਜਾਬ ਦੇ ਵਿੱਚੋਂ ਤਾਂ 913 ਸ਼ਰਧਾਲੂਆਂ ਦਾ ਜਿਹੜਾ ਜਥਾ ਹੈ ਉਹ ਵੀ ਪਾਕਿਸਤਾਨ ਦੇ ਲਈ ਨਨਕਾਣਾ ਸਾਹਿਬ ਦੇ ਲਈ ਰਵਾਨਾ ਹੋਇਆ। ਉੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਹਰ ਸਾਲ ਜਿਹੜਾ ਜਥਾ ਹੈ ਇੱਥੋਂ ਜਾਂਦਾ ਤਾਂ ਬਹੁਤ ਵਧੀਆ ਲੱਗਦਾ ਕਿ ਜਦੋਂ ਸਾਰੇ ਕਿਤੇ ਤਸਵੀਰਾਂ ਦੇਖਦੇ ਹਾਂ, ਵੀਡੀਓਜ਼ ਦੇਖਦੇ ਹਾਂ, ਗੁਰੂ ਘਰਾਂ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਸਜਾਇਆ ਜਾਂਦਾ, ਫੁੱਲਾਂ ਦੀ ਵਰਖਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕੀਤੀ ਜਾਂਦੀ ਹੈ, ਦੀਪਮਾਲਾ ਗੁਰੂ ਘਰਾਂ ਦੇ ਵਿੱਚ ਕੀਤੀ ਜਾਂਦੀ ਹੈ, ਲੋਕ ਦੂਰ ਦੁਰਾਡੇ ਤੋਂ ਆਉਂਦੇ ਨੇ, ਮੋਮਬੱਤੀਆਂ ਜਲਾਉਂਦੇ ਨੇ, ਦੀਵੇ ਜਲਾਉਂਦੇ ਨੇ। ਤਾਂ ਉਹ ਚੀਜ਼ ਦੇਖ ਕੇ ਬੜਾ ਲੱਗਦਾ ਕਿ ਅੱਜ ਵੀ ਸ਼ਰਧਾ ਲੋਕਾਂ ਦੇ ਵਿੱਚ ਕਾਇਮ ਹੈ। ਅੱਜ ਵੀ ਸਾਡੇ ਲੋਕ ਨੇ ਜਿਹੜੇ ਉਹ ਸਿੱਖੀ ਸਿਧਾਂਤਾਂ ਤੇ ਚੱਲਦੇ ਨੇ, ਸਿੱਖੀ ਤੇ ਪ੍ਰੋਪਰ ਪਹਿਰਾ ਦੇ ਰਹੇ ਨੇ। ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਵਾਸ ਕਰਦੀਆਂ ਨੇ, ਤਾਂ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ। ਤਾਂ ਖਾਸ ਕਰਕੇ ਜਿਵੇਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਉਹ NRI ਨੇ, ਵੱਖ-ਵੱਖ ਮੁਲਕਾਂ ਦੇ ਵਿੱਚ ਰਹਿੰਦੇ ਨੇ, ਤਾਂ ਉੱਥੋਂ ਦੀ ਵੀ ਜੇ ਗੱਲ ਕਰਾਂ ਤਾਂ ਬਾਬੇ ਨਾਨਕ ਦਾ ਸੱਚਾ ਸੌਦਾ 20 ਰੁਪਏ ਵਾਲਾ ਜਿਹੜਾ ਲੰਗਰ ਹੈ ਉਹ ਅੱਜ ਵੀ ਪ੍ਰਚਲਿਤ ਹੈ। ਉਸੇ ਹੀ ਲੜੀ ਦੇ ਤਹਿਤ ਦੇਸ਼ ਵਿਦੇਸ਼ਾਂ ਦੇ ਵਿੱਚ ਲੰਗਰ ਚਲਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਤਾਂ ਆਪਾਂ ਕਹਿ ਦਈਏ, ਭਾਰਤ ਦੇ ਵਿੱਚ ਤਾਂ ਆਪਾਂ ਕਹਿ ਦਈਏ, ਪਰ ਵਿਦੇਸ਼ੀ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਲੰਗਰ ਚਲਾਉਣਾ ਬਹੁਤ ਵੱਡੀ ਗੱਲ ਹੈ। ਉੱਥੋਂ ਦੀਆਂ ਕਮਿਊਨਿਟੀਜ਼ ਨੂੰ, ਜਿਹੜੇ ਵੱਖ-ਵੱਖ ਲੋਕ ਰਹਿੰਦੇ ਨੇ ਉੱਥੇ, ਉਹਨਾਂ ਨੂੰ ਬਹੁਤ ਵਧੀਆ ਮੈਸੇਜ ਜਾਂਦਾ। ਉਹ ਸਾਡੇ ਸਿੱਖ ਇਤਿਹਾਸ ਤੋਂ ਜਾਣੂ ਹੁੰਦੇ ਨੇ, ਸਾਡੇ ਗੁਰੂਆਂ ਬਾਰੇ ਜਾਣਨਾ ਚਾਹੁੰਦੇ ਨੇ ਕਿ ਆਖਿਰ ਉਹ ਕਿਹੜੇ ਗੁਰੂ ਨੇ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਅਜਿਹੀਆਂ ਸਿੱਖਿਆਵਾਂ ਦਿੱਤੀਆਂ ਕਿ ਇਹ ਕਰੋਨਾ ਵਰਗਾ ਕਾਲ ਜਦੋਂ ਲੋਕਾਂ ਦੇ ਲਾਲੇ ਪੈ ਗਏ ਸੀ, ਜਦੋਂ ਲੋਕਾਂ ਦੇ ਕੰਮਕਾਰ ਠੱਪ ਹੋ ਗਏ ਸੀ, ਉਹਨਾਂ ਨੂੰ ਸਮਝ ਨਹੀਂ ਸੀ ਆਉਂਦਾ ਕੀ ਕਰੀਏ, ਤਾਂ ਉਦੋਂ ਸਾਡੇ ਸਿੱਖ ਵੀਰ, ਸਿੱਖ ਬੀਬੀਆਂ, ਬੱਚੇ ਤਾਂ ਉਹ ਸੜਕਾਂ ਤੇ ਲੰਗਰ ਲਾ ਰਹੇ ਸੀ, ਸ਼ੈਲਟਰਸ ਹੋਮ ਤੱਕ ਲੰਗਰ ਪਹੁੰਚਾ ਰਹੇ ਸੀ। ਤਾਂ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ। ਕਾਲਰ ਨੇ ਜਿਹੜੇ ਸਾਡੇ ਨਾਲ ਜੁੜ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਗੁਪਤਾ ਜੀ। ਆਪਣਾ ਲੰਗਰ ਜੋ ਹੈ ਗੁਪਤਾ ਜੀ, ਟੈਲੀਵਿਜ਼ਨ ਦੀ ਆਵਾਜ਼ ਘਟਾ ਦਿਓ ਪਹਿਲਾਂ, ਕਿਉਂਕਿ ਇਹ ਵਿੱਚ ਡਿਸਟਰਬ ਕਰ ਰਹੀ ਹੈ जी। लंगर जो गुरु नानक का लंगर जो है जी विदेशों में ज्यादा है जी, इंडिया में कम है, विदेशों में ज्यादा है जी। तो ये बड़ी खुशी की बात है, बड़ा पर्व है गुरु नानक बर्थडे का, सबने मनाना चाहिए। ये बड़ा पर्व है तो इतना ज्यादा लंगर जी कर्नाटक अमेरिका जी जी ਜੀ। ਬਹੁਤ ਬਹੁਤ ਧੰਨਵਾਦ ਗੁਪਤਾ ਜੀ, ਤੁਸੀਂ ਸਾਡੇ ਨਾਲ ਜੁੜੇ। ਸੋ ਅਸੀਂ ਵੀ ਇਹੀ ਜਾਣਨਾ ਚਾਹੁੰਦੇ ਸੀਗੇ ਕਿ ਪੰਜਾਬ ਤੇ ਭਾਰਤ ਦੇ ਵਿੱਚ ਤਾਂ ਵੱਖ-ਵੱਖ ਥਾਂ ਤੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਇੱਥੇ ਜਿਹੜਾ ਹੈਗਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਤੇ ਬਾਕੀ ਮੁਲਕਾਂ ਦੇ ਵਿੱਚ ਵੀ ਮਨਾਇਆ ਜਾਂਦਾ ਹੈ। ਤਸਵੀਰਾਂ ਕੱਲ ਤੱਕ ਆ ਜਾਣਗੀਆਂ, ਖਬਰਾਂ ਦੇ ਜ਼ਰੀਏ, ਹੋਰ ਪ੍ਰੋਗਰਾਮਾਂ ਦੇ ਜ਼ਰੀਏ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਜਿਹੜੀਆਂ ਦਿਖਾਉਂਦੇ ਰਵਾਂਗੇ। ਸੰਗਤ ਕਿਵੇਂ ਦਾ ਫੀਲ ਕਰ ਰਹੀ ਹੈ, ਸੰਗਤ ਦਾ ਕੀ ਕਹਿਣਾ ਹੈ, ਵਿਦੇਸ਼ੀ ਧਰਤੀ ਤੇ ਜੰਮੇ ਪਲੇ ਸਾਡੇ ਬੱਚੇ ਇਸ ਪਰਬ ਤੇ ਕੀ ਕਹਿਣਾ ਚਾਹੁੰਦੇ ਨੇ, ਸਭ ਕੁਝ ਹੈ ਜਿਹੜਾ ਅਸੀਂ ਤੁਹਾਨੂੰ ਇਸੇ ਚੈਨਲ ਦੇ ਜ਼ਰੀਏ ਖਬਰਾਂ ਰਾਹੀਂ ਜਾਂ ਹੋਰ ਪ੍ਰੋਗਰਾਮਾਂ ਦੇ ਰਾਹੀਂ ਦਿਖਾਉਂਦੇ ਰਵਾਂਗੇ। ਤੇ ਹੁਣ ਆਪਾਂ ਰੁਖ ਕਰਾਂਗੇ ਅਗਲੀ ਖਬਰ ਦੇ ਵੱਲ। ਤੇ ਅਗਲੀ ਖਬਰ ਗੱਲ ਇਹੀ ਹੈ ਕਿ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਚੋਣਾਂ ਦੀ ਸਰਗਰਮੀ ਹੈ ਜਿਹੜੀ ਉਹ ਵੀ ਲਗਾਤਾਰ ਜਾਰੀ ਹੈ। ਸ਼ਾਇਦ ਉਸੇ ਹੀ ਲੜੀ ਦੇ ਮੱਦੇਨਜ਼ਰ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਮੁਖੀ ਜਿਹੜੇ ਬਿਆਸ ਦੇ ਨੇ ਗੁਰਿੰਦਰ ਢਿੱਲੋਂ, ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਤਾਂ ਸੁਣਿਆ ਕਿ ਉੱਥੇ ਬੰਦ ਕਮਰਾ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ। 30 ਮਿੰਟ ਲਗਾਤਾਰ ਉਹ ਮੀਟਿੰਗ ਚੱਲੀ। ਉਸ ਮੀਟਿੰਗ ਦੇ ਵਿੱਚ ਬਹੁਤ ਕੁਝ ਖਾਸ ਰਿਹਾ ਹੋਏਗਾ ਕਿਉਂਕਿ ਹਿਮਾਚਲ ਦੀਆਂ ਚੋਣਾਂ ਇਸ ਵਕਤ ਬਹੁਤ ਜ਼ਿਆਦਾ ਅਹਿਮ ਨੇ। ਤਾਂ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਹਿਮਾਚਲ ਦਾ ਬਹੁਤ ਸਾਰਾ ਏਰੀਆ ਜਿਹੜਾ ਬਿਆਸ ਡੇਰੇ ਦੇ ਨਾਲ ਜੁੜਿਆ ਹੋਇਆ, ਬਹੁਤ ਸਾਰੇ ਪੈਰੋਕਾਰ ਨੇ ਜਿਹੜੇ, ਤੇ ਉਹਨਾਂ ਦੇ ਵੋਟਿੰਗ ਲੈਣ ਦੇ ਲਈ ਜਾਂ ਫਿਰ ਹੋਰ ਕੀ ਮਕਸਦ ਹੋ ਸਕਦਾ, ਕਿਉਂਕਿ ਮੋਸਟਲੀ ਇਹੀ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ, ਉਹ ਭਾਵੇਂ ਪੰਜਾਬ ਦੀਆਂ ਹੋਣ, ਭਾਵੇਂ ਹਿਮਾਚਲ ਦੀਆਂ ਹੋਣ, ਭਾਵੇਂ ਹਰਿਆਣੇ ਦੀਆਂ ਹੋਣ, ਭਾਵੇਂ ਗੁਜਰਾਤ ਦੀਆਂ ਹੋਣ, ਭਾਵੇਂ ਜਿਹੜੇ ਮਰਜ਼ੀ ਸੂਬੇ ਦੀਆਂ ਹੋਣ, ਤਾਂ ਜਿਹੜਾ ਡੇਰਾਵਾਦ ਹੈ ਉਹ ਮੇਨ ਸੁਰਖੀਆਂ ਦਾ ਹਿੱਸਾ ਬਣ ਜਾਂਦਾ ਕਿਉਂਕਿ ਮੰਤਰੀ ਹੋ ਗਏ, ਪ੍ਰਧਾਨ ਮੰਤਰੀ ਹੋ ਗਏ, ਮੁੱਖ ਮੰਤਰੀ ਹੋ ਗਏ, ਉਹਨਾਂ ਦਾ ਆਉਣਾ ਜਾਣਾ ਡੇਰਿਆਂ ਦੇ ਵਿੱਚ ਵੱਧ ਜਾਂਦਾ। ਉਹ ਵੋਟਿੰਗ ਲਈ ਹੁੰਦਾ ਜਾਂ ਕਿਸ ਕੰਮ ਦੇ ਲਈ ਹੁੰਦਾ, ਇਹ ਸਭ ਕੁਝ ਜੱਗ ਜ਼ਾਹਿਰ ਹੈ। ਪਰ ਇਸ ਖਬਰ ਦੇ ਲਈ ਆਪਾਂ ਵਧਾਂਗੇ ਬਲਦੀਪ ਜੀ ਵੱਲ। ਬਲਦੀਪ ਜੀ, ਤੁਹਾਡਾ ਕੀ ਕਹਿਣਾ? ਬਿਲਕੁਲ ਡੈਫੀਨੇਟਲੀ
ਲਈ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਵੋਟਿੰਗ ਲਈ ਹੁੰਦਾ ਤਾਂ ਇਸ ਗੱਲ ਤੋਂ ਇਨਕਾਰ ਬਿਲਕੁਲ ਨਹੀਂ ਕੀਤਾ ਜਾ ਸਕਦਾ। ਵੱਖ-ਵੱਖ ਪਾਰਟੀਆਂ, ਚਾਹੇ ਹੁਣ ਤੁਸੀਂ ਦੇਖ ਲਓ ਕਿ ਡੇਰਾ ਸਿਰਸਾ ਦਾ ਜ਼ਿਕਰ ਹੁੰਦਾ, ਸਿਰਸਾ ਡੇਰੇ ਦੇ ਵਿੱਚ ਹੁਣ ਜਦੋਂ ਕੋਈ ਅਜਿਹਾ ਕੋਈ ਪੁੱਠਾ ਕੰਮ ਆਪਾਂ ਕਹਿ ਲਈਏ, ਪੰਜਾਬੀ 'ਚ ਭਾਸ਼ਾ 'ਚ ਕਹਿ ਲਈਏ ਕੋਈ ਪੁੱਠਾ ਕੰਮ, ਹੁਣ ਜਿਵੇਂ ਰਾਮ ਰਹੀਮ ਨੂੰ ਜਿਹੜਾ ਉਹ ਸਜ਼ਾ ਹੋਈ ਆ 2 ਕੇਸਾਂ ਦੇ ਵਿੱਚ, ਰੇਪ ਕੇਸ ਔਰ ਕਤਲ ਕੇਸ ਦੇ ਵਿੱਚ, ਤਾਂ ਉਸ ਵੇਲੇ ਫਿਰ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ, ਉਹ ਤੂੰ ਵੀ ਤਾਂ ਜਾਂਦਾ ਸੀ ਉੱਥੇ, ਉਹ ਤੂੰ ਵੀ ਤਾਂ ਜਾਂਦਾ ਸੀ ਉੱਥੇ। ਕਾਂਗਰਸ ਅਕਾਲੀਆਂ ਨੂੰ ਕਹਿ ਦਿੰਦੇ ਆ ਤੂੰ ਵੀ ਜਾਂਦਾ ਸੀ, ਅਕਾਲੀ ਕਾਂਗਰਸੀਆਂ ਨੂੰ ਕਹਿ ਦਿੰਦੇ ਆ। ਤਾਂ ਉਸ ਵੇਲੇ ਸਾਫ਼ ਹੋ ਜਾਂਦਾ ਕਿ ਦੇਖੋ ਉਸ ਵੇਲੇ ਕੀ ਕਰਨ ਜਾਂਦੇ ਸੀਗੇ। ਜੀ ਬਿਲਕੁਲ। ਤੇ ਕਾਲਰ ਸਾਡੇ ਨਾਲ ਜੁੜ ਗਏ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੂਜਵੀਰ ਜੀ ਨੇ ਗੁਰਫਤਿਹ ਬੁਲਾਉਣੇ। ਮੈਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਸਭ ਨੂੰ ਵਧਾਈਆਂ ਦਿੰਦਾ, ਗੁਰਪੁਰਬ ਦੀਆਂ। ਜੀ ਤੁਹਾਨੂੰ ਵੀ ਬਹੁਤ ਸ਼ੁਕਰੀਆ ਤੁਹਾਨੂੰ ਵੀ ਬਹੁਤ। ਤੇ ਮੈਂ ਇੱਕ ਗੁਰੂ ਨਾਨਕ ਦੇਵ ਜੀ ਦੀ ਇੱਕ ਸਿੱਖਿਆ ਸੀ ਤੇ ਉਸ ਦੇ ਆਧਾਰ ਤੇ ਗੱਲ ਕਰਦਾ। ਗੁਰੂ ਨਾਨਕ ਦੇਵ ਜੀ ਮਨੁੱਖਤਾ ਨੂੰ ਕੀ ਬਣਾਉਣਾ ਚਾਹੁੰਦੇ ਸੀ। ਕੋਈ ਇਨਸਾਨ ਆਪਦੇ ਬੱਚੇ ਕੋਲੇ ਬੈਠਾ ਕੰਮ ਕਰੀ ਜਾਂਦਾ ਸੀ, ਬੱਚਾ ਉਹਨੂੰ ਡਿਸਟਰਬ ਕਰਦਾ ਸੀ, ਉਹਨੂੰ ਕਹਿੰਦਾ ਪੁੱਤ ਤੂੰ ਐਂ ਕਰ ਪਰੇ ਆ ਜਾਓ, ਗਿਆ ਨਾ। ਫਿਰ ਉਹਨੇ ਕੀ ਕਰਿਆ ਨਾ, ਇੱਕ ਪੇਪਰ ਪਾੜਿਆ ਜਿਹਤੇ ਵਰਲਡ ਦਾ ਮੈਪ ਬਣਿਆ ਹੋਇਆ ਸੀ, ਉਹ ਪਾੜ ਕੇ ਕਾਫੀ ਹਿੱਸਿਆਂ 'ਚ ਉੱਥੇ ਸਿੱਟਤਾ। ਹੈਲੋ ਜੀ। ਜੋ ਸਿੱਟਿਆ ਤੇ ਆਪਦੇ ਪੁੱਤ ਨੂੰ ਕਹਿੰਦਾ ਇਹਨੂੰ ਮੈਪ ਬਣਾ ਕੇ ਦੇ ਵਰਲਡ ਦਾ ਦੁਬਾਰੇ। ਫਿਰ ਉਹ ਬੱਚੇ ਨੇ ਕੀ ਕਰਿਆ, 2 ਮਿੰਟਾਂ 'ਚ ਹੀ ਮੈਪ ਬਣਾ ਕੇ ਦੇਤਾ। ਉਹ ਕਹਿੰਦਾ ਵੀ ਐਡੀ ਛੇਤੀ ਕਿਵੇਂ ਬਣਾਤਾ ਤੂੰ? ਕਹਿੰਦਾ ਡੈਡੀ ਇਹਦੇ ਦੂਜੇ ਪਾਸੇ ਬੰਦੇ ਦੀ ਫੋਟੋ ਸੀ, ਮੈਂ ਬੰਦਾ ਬਣਾਤਾ ਤੇ ਮੈਪ ਆਪੇ ਬਣ ਗਿਆ। ਜੇ ਬੰਦਾ ਬਣਾਏ ਤੋਂ ਮੈਪ ਦੁਨੀਆ ਬਣ ਗਈ ਨਾ। ਉਹ ਕਹਿੰਦਾ ਜੇ ਬੰਦਾ ਸੁਧਰ ਜੇ ਦੁਨੀਆ ਸੁਧਰ ਵੀ ਸਕਦੀ ਹੈ। ਗੁਰੂ ਨਾਨਕ ਦੇਵ ਜੀ ਦਾ ਆਹੀ ਮਿਸ਼ਨ ਸੀ। ਜੀ ਬਿਲਕੁਲ। ਬਹੁਤ ਖੂਬਸੂਰਤ ਗੱਲ ਕੀਤੀ ਹੈ ਇਹਨਾਂ ਨੇ ਮੇਰੇ ਖਿਆਲ ਨਾਲ। ਬਿਲਕੁਲ ਉਦਾਹਰਣ ਦੇ ਨਾਲ ਜਿਸ ਤਰੀਕੇ ਨਾਲ ਗੱਲ ਕੀਤੀ ਹੈ ਉਹ ਕਾਫੀ ਖੂਬਸੂਰਤ ਤਰੀਕਾ ਲੱਗਿਆ ਮੈਨੂੰ ਕਿ ਵਾਕਈ ਜੇ ਇਨਸਾਨ ਵਾਲੀ ਗੱਲ ਕਰੇ, ਇਨਸਾਨ ਹੀ ਬਣ ਜਾਵੇ। ਆਈ ਥਿੰਕ ਉਹ ਸਭ ਤੋਂ, ਕਿਉਂਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਦਾ ਆਪਾਂ ਉਸ ਮਸਲੇ ਤੇ ਗੱਲ ਕਰ ਰਹੇ ਸੀ, ਵੋਟਿੰਗ ਦੇ ਕਾਲਰ ਵਿੱਚ ਆ ਗਏ, ਜਿਸ ਵੇਲੇ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ ਇਸ ਧਰਤੀ ਦੇ ਉੱਪਰ, ਪ੍ਰਕਾਸ਼, ਵੈਸੇ ਸਿੱਖਾਂ ਦੇ ਵਿੱਚ ਪ੍ਰਕਾਸ਼ ਆਪਾਂ ਸ਼ਬਦ ਵਰਤਦੇ ਹਾਂ, ਉਸ ਵੇਲੇ ਦੇ ਪੋਲੀਟੀਕਲ ਹਾਲਾਤ ਬਹੁਤ ਜ਼ਿਆਦਾ ਖਰਾਬ, ਆਪਾਂ ਕਹਿ ਸਕਦੇ ਹਾਂ ਖਰਾਬ ਸੀਗੇ। ਉਸ ਵੇਲੇ ਇਬਰਾਹਿਮ ਲੋਧੀ ਡਾਇਨਾਸਟੀ ਦੇ ਵਿੱਚੋਂ ਇਬਰਾਹਿਮ ਲੋਧੀ ਜਿਹੜਾ ਉਹ ਤਖਤ 'ਤੇ ਨਸ਼ੀਨ ਸੀਗਾ, ਦਿੱਲੀ ਤਖਤ ਦੇ ਉੱਪਰ। ਔਰ ਜਿਹੜਾ ਉਸ ਤੋਂ ਬਾਅਦ ਬਾਬਰ ਦਾ ਆਗਮਨ ਹੁੰਦਾ ਜਿਸ ਵੇਲੇ ਗੁਰੂ ਨਾਨਕ ਸਾਹਿਬ ਹੁੰਦੇ ਨੇ। ਤਾਂ ਬਾਬਰ ਜਿਹੜਾ ਉਹ ਜਦੋਂ ਅਫਗਾਨਿਸਤਾਨ ਤੋਂ ਆਉਂਦਾ ਤਾਂ ਗੁਰੂ ਨਾਨਕ ਸਾਹਿਬ ਨਾਲ ਐਮਨਾਬਾਦ ਦੀ ਧਰਤੀ ਦੇ ਉੱਪਰ ਮੁਲਾਕਾਤ ਹੁੰਦੀ ਹੈ। ਪਹਿਲੇ ਜਿਹੜੇ ਬਾਬਰ ਦੇ ਸੈਨਿਕ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਫੜ ਕੇ, ਜਿਹੜਾ ਜ਼ਿਕਰ ਆਉਂਦਾ ਨਾ ਇਤਿਹਾਸ ਦੇ ਵਿੱਚ, ਕਹਿੰਦੇ ਕਿ ਜੇਲ੍ਹ ਦੇ ਵਿੱਚ ਪਾਤਾ ਤੇ ਉੱਥੇ ਚੱਕੀ ਪੀਸਣ ਨੂੰ ਕਹਿੰਦੇ, ਫਿਰ ਉੱਥੇ ਚੱਕੀਆਂ ਖੁਦ ਬ ਖੁਦ ਚੱਲੀਆਂ ਆਪ, ਇਸ ਚੀਜ਼ ਦਾ ਜ਼ਿਕਰ ਆਉਂਦਾ। ਉਦੋਂ ਜਿਹੜੀ ਆ ਉਹਨਾਂ ਦੀ ਮੀਟਿੰਗ ਹੁੰਦੀ। ਔਰ ਆਪਣੇ ਕੁਝ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਇੱਥੋਂ ਤੱਕ ਵੀ ਹੈ ਕਿ ਬਾਬਰ ਗੁਰੂ ਨਾਨਕ ਸਾਹਿਬ ਨੂੰ ਇਹ ਕਹਿੰਦਾ ਕਿ ਮੈਨੂੰ ਦਿੱਲੀ ਦਾ ਰਾਜ ਚਾਹੀਦਾ, ਦਿੱਲੀ ਦਾ ਤਖਤ ਚਾਹੀਦਾ। ਉਹ ਗੁਰੂ ਨਾਨਕ ਸਾਹਿਬ ਤੋਂ ਮੰਗਦਾ ਉਹ ਬਾਬਰ। ਔਰ ਬਦਲੇ ਦੇ ਵਿੱਚ ਕੀ ਦਿੰਦਾ, ਬਦਲੇ ਦੇ ਵਿੱਚ ਲੈ ਕੇ ਆਉਂਦਾ ਭੰਗ, ਲੈ ਕੇ ਆਉਂਦਾ। ਕਹਿੰਦੇ ਇੱਕ ਬੋਰੀ ਦੇ ਵਿੱਚ ਜਾਂ ਕੁਛ ਉਹਦੇ ਕੋਲ ਭੰਗ ਹੁੰਦੀ ਹੈ ਤੇ ਉਹ ਬਦਲੇ 'ਚ ਉਹ ਲੈ ਕੇ ਆਉਂਦਾ। ਉਹਦੇ ਨਾਲ ਜਿਹੜਾ ਲੋਧੀ ਵੰਸ਼ ਦੇ ਵਿੱਚੋਂ ਇੱਕ ਸ਼ਖਸ ਹੁੰਦਾ, ਆਈ ਥਿੰਕ ਬਹਿਲੋਲ ਲੋਧੀ ਸ਼ਾਇਦ, ਉਹ ਜਿਹੜਾ ਹੁੰਦਾ ਨਾ, ਉਹ ਕਹਿੰਦਾ ਵੀ ਆਪਾਂ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਹਿੰਦ ਦੇ ਪੀਰ ਨੇ ਔਰ ਉਹਨਾਂ ਤੋਂ ਜਾ ਕੇ ਆਪਾਂ ਰਾਜ ਮੰਗ ਸਕਦੇ ਹਾਂ। ਜਦੋਂ ਬਾਬਰ ਆਉਂਦਾ, ਕਿਉਂਕਿ ਹੁਣ ਬਾਦਸ਼ਾਹ ਨੂੰ ਇਹ ਸੀ ਕਿ ਜੇ ਕਿਸੇ ਸੰਤ ਨੂੰ ਮਿਲਣਾ, ਕਿਸੇ ਮਹਾਂਪੁਰਸ਼ ਨੂੰ ਮਿਲਣਾ ਤਾਂ ਘੱਟੋ ਘੱਟ ਭੇਟ ਲਈ ਕੁਛ ਲੈ ਤਾਂ ਜਾਈਏ। ਤੇ ਉਹ ਕਹਿੰਦਾ ਕੀ ਲੈ ਕੇ, ਉਹ ਦੂਜਾ ਜਿਹੜਾ ਸ਼ਖਸ ਹੁੰਦਾ ਨਾਲ, ਉਹ ਕਹਿੰਦਾ ਨਹੀਂ ਉਹ ਭੇਟ ਦਾ ਕੋਈ ਪ੍ਰਵਾਨ ਨਹੀਂ ਕਰਦੇ ਹੈਗੇ, ਵੀ ਉਹ ਤੂੰ ਇੱਦਾਂ ਹੀ ਮੰਗ ਲਈ ਜੋ ਮੰਗਣਾ। ਉਹ ਕਹਿੰਦਾ ਨਹੀਂ ਇੱਦਾਂ ਜਾਂਦੇ ਚੰਗੇ ਨਹੀਂ ਲੱਗਦੇ, ਮੈਂ ਬਾਦਸ਼ਾਹ, ਕਹਿੰਦਾ ਮੈਂ ਅਫਗਾਨਿਸਤਾਨ ਦਾ, ਕੁਛ ਨਾ ਕੁਛ ਤਾਂ ਲੈ ਕੇ ਜਾਣਾ ਚਾਹੀਦਾ। ਫਿਰ ਕਹਿੰਦੇ ਉਹ ਭੰਗ ਲੈ ਜਾਂਦਾ ਆਉਂਦਾ ਹੋਇਆ। ਉਹ ਕਹਿੰਦੇ ਉਹ ਭੰਗ ਵੀ, ਇਹ ਇਤਿਹਾਸ 'ਚ ਆਉਂਦਾ ਮੇਰੇ ਖਿਆਲ, ਸ਼ਾਇਦ ਸੂਰਜ ਪ੍ਰਕਾਸ਼ ਗ੍ਰੰਥ ਹੈ ਸ਼ਾਇਦ, ਉਹਦੇ ਵਿੱਚ ਇਸ ਦਾ ਜ਼ਿਕਰ ਆਉਂਦਾ, ਪੰਥ ਪ੍ਰਕਾਸ਼ ਜਾਂ ਸ਼ਾਇਦ ਸੂਰਜ ਪ੍ਰਕਾਸ਼ ਦੇ ਵਿੱਚ। ਔਰ ਉਸ ਵੇਲੇ ਜਦੋਂ ਉਹ 7 ਮੁੱਠੀਆਂ ਨੇ, ਉਹ ਉਹਦੀਆਂ ਭੰਗ ਦੀਆਂ 7 ਮੁੱਠੀਆਂ ਭੇਟ ਕਰਦਾ ਗੁਰੂ ਨਾਨਕ ਸਾਹਿਬ ਨੂੰ, ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਕਿ 7 ਪੀੜ੍ਹੀਆਂ ਜਿਹੜੀਆਂ ਤੇਰੀਆਂ ਉਹ ਰਾਜ ਕਰਨਗੀਆਂ ਹਿੰਦੁਸਤਾਨ ਦੇ ਉੱਪਰ। ਹੁਣ ਤੁਸੀਂ ਦੇਖੋ ਕਿ ਬਾਬਰ ਤੋਂ ਲਗਾ ਲਓ ਤੁਸੀਂ, ਬਾਬਰ ਦਾ ਮੁੰਡਾ ਹਮਾਯੂ, ਤੇ ਉਦੋਂ ਬਾਅਦ ਅਕਬਰ ਤੋਂ ਬਾਅਦ ਜਿੰਨੀ ਵੀ ਔਰੰਗਜ਼ੇਬ ਤੱਕ, ਇਹ 7 ਪੀੜ੍ਹੀਆਂ ਬਣਦੀਆਂ ਨੇ। ਤਾਂ 7 ਪੀੜ੍ਹੀਆਂ, ਅੱਛਾ ਉਹ ਜਦੋਂ 7 ਕਹਿ ਦਿੰਦੇ ਨੇ ਵੀ 7 ਪੀੜ੍ਹੀਆਂ ਤੇਰੀਆਂ ਰਾਜ ਕਰਨਗੀਆਂ,
ਉਹ ਕਹਿੰਦੇ ਬਸ 7 ਹੀ ਕਰਨਗੀਆਂ। ਉਹ ਕਹਿੰਦੇ ਹਾਂ ਵੀ ਤੂੰ 7 ਮੁੱਠੀਆਂ ਮੇਰੇ ਕੋਲ ਭੇਟ ਕੀਤੀਆਂ ਨੇ, 7 ਹੀ ਕਰਨਗੀਆਂ। ਉਹ ਥੈਲਾ ਜਾਂ ਬਾਅਦ 'ਚੋਂ ਝਾੜ ਦਿੰਦਾ, ਭੋਰ ਚੂਰ ਜਿਹੜਾ ਉਹ ਰਹਿ ਜਾਂਦਾ। ਉਹ ਜਿਹੜਾ ਬਾਅਦ ਦੇ ਵਿੱਚ ਸ਼ਾਹ ਰੰਗੀਲਾ ਤੇ ਫਰਖਸ਼ੀਰ ਤੇ ਹੋਰ ਪਿੱਛੇ ਜਾ ਕੇ ਬਹਾਦਰ ਸ਼ਾਹ ਜ਼ਫਰ ਤੇ ਉਹ ਸਾਰਾ ਪਿੱਛੋਂ ਜਹਾਂਦਰ ਸ਼ਾਹ, ਉਹ ਸਾਰਾ ਕਹਿ ਲਓ ਵੀ ਭੋਰ ਚੂਰ ਹੀ ਹੁੰਦਾ ਵੀ ਦਿੱਲੀ ਦੀ ਤਾਕਤ ਉਸ ਵੇਲੇ ਡਿਸਇੰਟੀਗ੍ਰੇਟ ਹੋ ਜਾਂਦੀ ਹੈ। ਔਰੰਗਜ਼ੇਬ ਤੋਂ ਬਾਅਦ ਨਾ ਦਿੱਲੀ ਦੀ ਤਾਕਤ ਇਕੱਠੀ ਨਹੀਂ ਰਹਿ ਪਾਉਂਦੀ, ਹੌਲੀ ਹੌਲੀ ਖਿਲਰਦੀ ਐ ਲਾਸਟ ਤੇ ਜਾ ਕੇ ਬਹਾਦਰ ਸ਼ਾਹ ਜਿਹੜਾ ਉਹ ਬਚਦਾ ਇਕੱਲਾ, ਔਰ ਉਹ ਤੋਂ ਅੰਗਰੇਜ਼ ਜਿਹੜੀ ਪਾਵਰ ਲੈ ਲੈਂਦੇ ਆ। ਉਹ ਇਤਿਹਾਸਕਾਰ ਜਦੋਂ ਕਈ ਵਾਰ ਕਥਾ ਸੁਣਾਉਂਦੇ ਆ ਤਾਂ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਔਰੰਗਜ਼ੇਬ ਤੋਂ ਬਾਅਦ ਜਿਹੜੀ ਸੀਗੀ ਨਾ, ਜਿਹੜੇ ਬਾਦਸ਼ਾਹ ਸੀ ਇਹ ਫਰਖਸ਼ੀਰ, ਜਹਾਂਦਰ ਸ਼ਾਹ, ਇਹ ਸਾਰੇ ਕਹਿੰਦੇ ਵੀ ਇਹ ਭੋਰ ਝੂਰ ਹੀ ਸੀਗੇ, ਵੀ ਸ਼ਾਹ ਰੰਗੀਲਾ ਜਾਂ ਇੱਦਾਂ। ਇਹ ਜ਼ਿਕਰ ਬੜਾ ਇੰਟਰਸਟਿੰਗ ਮਿਲਦਾ ਕਿ ਅੱਛਾ ਉੱਥੇ ਇੱਕ ਚੀਜ਼ ਹੋਰ ਮਿਲਦੀ ਹੈ, ਮੈਂ ਜੋ ਇਤਿਹਾਸ ਸੁਣਿਆ, ਕਹਿੰਦੇ ਕਿ ਜਦੋਂ ਬਾਬਰ ਇਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਨੂੰ ਵੀ ਮੈਨੂੰ ਦਿੱਲੀ ਦਾ ਰਾਜ ਚਾਹੀਦਾ, ਉਸ ਵੇਲੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਤੂੰ ਆਪਣੇ ਮੁਹੰਮਦ ਸਾਹਿਬ ਤੋਂ ਮੰਗ, ਪੈਗੰਬਰ ਤੋਂ ਮੰਗ, ਆਪਣੇ ਜਿਹੜਾ ਤੁਹਾਡਾ ਗੁਰੂ ਹੈ, ਤੁਹਾਡਾ ਪੀਰ ਹੈ ਜੀ। ਤੇ ਉਹ ਬਹਾਦਰ ਸ਼ਾਹ ਕਹਿੰਦਾ ਵੀ ਅੱਛਾ, ਕਹਿੰਦਾ ਮੈਂ ਤਾਂ ਪਰ ਉੱਥੇ ਜਾ ਨਹੀਂ ਸਕਦਾ, ਮੁਹੰਮਦ ਸਾਹਿਬ ਤਾਂ ਮੇਰੇ ਤੋਂ ਬੜਾ ਸਮਾਂ ਪਹਿਲਾਂ ਹੋਏ ਸੀਗੇ, ਵੀ ਉਹ ਤਾਂ ਹੁਣ ਚਲੇ ਗਏ ਨੇ ਇਸ ਦੁਨੀਆ ਤੋਂ। ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਪਹੁੰਚਾ ਅਸੀਂ ਦਿੰਦੇ ਹਾਂ, ਤੂੰ ਗੱਲ ਕਰ ਲਈ ਉੱਥੇ ਜਾ ਕੇ। ਇਹ ਇਸ ਤਰ੍ਹਾਂ ਦਾ ਜ਼ਿਕਰ, ਬੜੀ ਇੰਟਰਸਟਿੰਗ ਸਟੋਰੀ ਹੈ ਇਹ, ਇਤਿਹਾਸ ਦੇ ਵਿੱਚ ਇਹਦਾ ਜਿਹੜਾ ਵਰਣਨ ਆਉਂਦਾ ਬੜਾ ਇੰਟਰਸਟਿੰਗ ਹੈ। ਤੇ ਅੱਛਾ ਉਹ ਕਹਿੰਦੇ ਵੀ ਅੱਛਾ, ਬਾਬਰ ਕਹਿੰਦਾ ਵੀ ਚਲੋ ਹੋਰ ਨਹੀਂ ਤਾਂ ਮੁਹੰਮਦ ਸਾਹਿਬ ਦੇ ਸਾਡੇ ਆਪਣੇ ਗੁਰੂ ਦੇ ਦਰਸ਼ਨ ਹੀ ਹੋ ਜਾਣਗੇ, ਵੀ ਚਲੋ ਤੁਸੀਂ ਮੈਨੂੰ ਪਹੁੰਚਾ ਦਿਓ, ਮੈਂ ਗੱਲ ਕਰ ਲਾਂਗਾ। ਉਹ ਨਾ ਇਹ ਵੀ ਇੱਕ ਜ਼ਿਕਰ ਹੈ ਵੀ ਗੁਰੂ ਨਾਨਕ ਸਾਹਿਬ ਆਪਣੇ ਹੱਥ ਦੇ ਵਿੱਚ ਇੱਕ ਸੋਟਾ ਰੱਖਿਆ ਕਰਦੇ ਸੀਗੇ, ਤੇ ਕਹਿੰਦੇ ਵੀ ਆਹ ਲੈ ਸੋਟਾ ਸਾਡਾ ਫੜ ਲੈ ਤੇ ਧਿਆਨ ਦੇ ਵਿੱਚ ਅੱਖਾਂ ਮੀਟ ਲੈ। ਉਸ ਵੇਲੇ ਕਹਿੰਦੇ ਵੀ ਫਿਰ ਬਾਬਰ ਸੀ ਜਿਹੜਾ ਉਹ ਮੁਹੰਮਦ ਸਾਹਿਬ ਕੋਲ ਜਾਂਦਾ, ਜਿਹੜਾ ਜਿੱਥੇ ਵੀ ਉਹਨਾਂ ਦਾ ਵੈਸੇ ਇਹ ਮੁਸਲਿਮ ਧਰਮ ਦੇ ਵਿੱਚ ਇਹ ਮਾਨਤਾ ਹੈ ਵੀ ਖੁਦਾ ਜਿਹੜਾ ਉਹ 7ਵੇਂ ਅਸਮਾਨ ਦੇ ਉੱਪਰ ਵਿਰਾਜਮਾਨ ਹੈ ਜੀ। ਇਸ ਕਿਸਮ ਦੀ ਮਾਨਤਾ ਮੁਸਲਿਮ ਧਰਮ ਦੇ ਵਿੱਚ ਹੈ ਵੀ 7ਵੇਂ ਅਸਮਾਨ ਤੇ ਖੁਦਾ ਦਾ ਘਰ ਹੈਗਾ। ਤੋ ਉੱਥੇ ਜਾ ਕੇ ਗੱਲ ਜਦੋਂ ਕਰਦਾ ਬਾਬਰ ਕਿ ਮੈਨੂੰ ਹਿੰਦੁਸਤਾਨ ਦਾ ਰਾਜ ਚਾਹੀਦਾ ਮੁਹੰਮਦ ਸਾਹਿਬ ਦੇ ਕੋਲ, ਉਹ ਮਤਲਬ ਉਹ ਸਾਖੀ ਦੇ ਅਨੁਸਾਰ ਇਹ ਹੈ ਵੀ ਉਹ ਕਹਿੰਦੇ ਕਿ ਹਿੰਦੁਸਤਾਨ ਦਾ ਰਾਜ ਮੇਰੇ ਕੋਲ ਨਹੀਂ ਹੈ, ਹਿੰਦੁਸਤਾਨ ਦਾ ਰਾਜ ਗੁਰੂ ਨਾਨਕ ਸਾਹਿਬ ਕੋਲ ਹੀ ਹੈ। ਉੱਥੇ ਜਿਹੜਾ ਇਹ ਜ਼ਿਕਰ ਆਉਂਦਾ ਵੀ ਜਿਹੜੇ ਮੁਹੰਮਦ ਸਾਹਿਬ ਨੇ, ਪੈਗੰਬਰ ਨੇ ਮੁਸਲਿਮ ਧਰਮ ਦੇ, ਉਹ ਇਹ ਕਹਿੰਦੇ ਨੇ, ਕਹਿੰਦੇ ਵੀ ਮੇਰੇ ਕੋਲ ਰਾਜ ਨਹੀਂ ਹੈ, ਉਹ ਗੁਰੂ ਨਾਨਕ ਸਾਹਿਬ ਕੋਲ ਹੀ ਹੈ। ਹਿੰਦ ਦਾ ਪੀਰ, ਹਿੰਦ ਦਾ ਰਾਜ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਕੋਲ ਹੈ, ਮੇਰੇ ਕੋਲ ਨਹੀਂ ਹੈਗਾ। ਕਹਿੰਦੇ ਮੇਰੇ ਕੋਲ ਜਿਹੜਾ ਅਰਬ ਦਾ ਰਾਜ ਸੀਗਾ ਉਹ ਆਲਰੇਡੀ ਮੈਂ ਜਿਹੜਾ ਉਹ ਬਾਦਸ਼ਾਹ ਜਿਹੜੇ ਪਹਿਲੇ ਸੀਗੇ ਤੈਮੂਰ ਤੇ ਹੋਰ, ਉਹਨਾਂ ਨੂੰ ਮੈਂ ਦੇ ਚੁੱਕਿਆ ਆਲਰੇਡੀ। ਤੇ ਫਿਰ ਬਾਬਰ ਫਿਰ ਜਾ ਕੇ ਫਰਿਆਦ ਕਰਦਾ ਗੁਰੂ ਨਾਨਕ ਸਾਹਿਬ ਕੋਲ ਕਿ ਮੈਨੂੰ ਹਿੰਦ ਦਾ ਰਾਜ ਚਾਹੀਦਾ। ਫਿਰ ਉਸ ਤੋਂ ਬਾਅਦ 7 ਪੀੜ੍ਹੀਆਂ ਦਾ ਉਹ ਗੱਲ ਤੁਰਦੀ ਹੈ, ਔਰ ਫਿਰ ਆਪਾਂ ਦੇਖਦੇ ਹਾਂ ਕਿ ਉਹ 7 ਪੀੜ੍ਹੀਆਂ ਹੀ ਮੁਕੰਮਲ ਤੌਰ ਤੇ ਉਹ 7 ਪੀੜ੍ਹੀਆਂ ਹੀ ਰਾਜ ਕਰਦੀਆਂ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੁਹਾਨੂੰ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਮਹਾਰਾਜ ਮੋਲਾ ਸਾਲ ਖੁਸ਼ੀਆਂ ਭਰਿਆ ਲਿਆਵੇ ਜੀ ਜੀ। ਤੇ ਗੁਰੂ ਸਾਹਿਬ ਇੱਕ ਸਮਾਜਵਾਦੀ ਸੀਗੇ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਸੀ ਸਮਾਜਵਾਦੀ ਸੀ, ਗਰੀਬਾਂ ਪੱਖੀ ਗੱਲ ਕਰਨੀ। ਤੇ ਸਾਡੇ ਜਿਹੜੇ ਮਤਲਬ ਕਿ ਕੁਛ ਜਦੋਂ ਬੰਦਾ ਸਿੰਘ ਬਹਾਦਰ ਤੋਂ ਬਾਅਦ 40-45 ਸਾਲ ਜਿਹੜਾ ਆ ਉਹ ਸਿੱਖਾਂ ਤੋਂ ਗੁਰਦੁਆਰੇ ਬਾਹਰ ਰਹੇ, ਮਹੰਤਾਂ ਕੋਲ ਰਹੇ, ਉਹਨਾਂ ਦੇ ਨਾਲ ਇੱਕ ਬੜਾ ਬਹੁਤ ਰਲਾ ਹੋ ਗਿਆ। ਜਿੱਦਾਂ ਸੂਰਜ ਪ੍ਰਕਾਸ਼ ਹੋਰ ਬੜੇ ਲਿਖੇ ਗਏ ਉਹਨਾਂ ਵਿੱਚ ਬਹੁਤ, ਜਾਣੀ ਕਿ ਹੁਣ ਜਿੱਦਾਂ 10ਵੇਂ ਗ੍ਰੰਥ ਉਹਦੇ ਵਿੱਚ ਵੀ ਕੁਛ ਕੁ ਬਾਣੀ ਗੁਰੂ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਜੀ ਦੀ, ਬਾਕੀ ਸਾਰੀ ਰਲਾਈ ਆ। ਤੇ ਬਹੁਤ ਸਾਡਾ ਨੁਕਸਾਨ ਹੋਇਆ ਕਿਉਂਕਿ ਅਸੀਂ ਜਿਹੜਾ ਸਿਧਾਂਤ ਸੀ ਗੁਰੂ ਸਾਹਿਬ ਦਾ ਉੱਧਰ ਨੂੰ ਤਾਂ ਤੁਰੇ ਹੀ ਨਹੀਂ ਜੀ। ਅਸੀਂ ਉਹਨਾਂ ਨੂੰ ਪੂਜਣ ਲੱਗ ਪਏ, ਉਹਨਾਂ ਦੀ ਗੱਲ ਨੂੰ ਨਹੀਂ ਪੂਜਿਆ ਜੀ। ਉਹਨੇ ਸਾਨੂੰ ਜੋ ਕਿਹਾ ਸੀ ਉੱਧਰ ਨੂੰ ਤਾਂ ਅਸੀਂ ਤੁਰੇ ਹੀ ਨਹੀਂ। ਝੂਠ ਸਾਡੇ 'ਚ ਪੂਰਾ ਇਸ ਵੇਲੇ। ਉਹਨੇ ਸੱਚ ਬੋਲਣ ਗਿਆ ਸੀ। ਫਿਰ ਉਹਨੇ ਕਿਹਾ ਕਿ ਕੋਈ ਕਰਾਮਾਤ ਨਹੀਂ ਹੋਣੀ। ਹੁਣ ਇਹ ਨਹੀਂ ਸਾਡੇ ਕੀ ਆ, ਕਈ ਵਾਰੀ ਜਾਈਦਾ ਗੁਰਦੁਆਰਾ ਸਾਹਿਬ ਸੁਣੀਦਾ ਬਾਬਾ ਜੀ ਨੇ ਅੱਖਾਂ ਮੀਟੀਆਂ, ਬਗਦਾਦ ਚਲੇ ਗਏ। ਜੇ ਉਹਨੇ ਅੱਖਾਂ ਮੀਟੀਆਂ ਤਾਂ ਇੱਕ ਦਿਨ 'ਚ ਉਦਾਸੀਆਂ ਕਰ ਦੇਣੀਆਂ ਸੀਗੀਆਂ, ਫਿਰ ਇੰਨਾ ਟਾਈਮ ਉਹਨਾਂ ਨੂੰ ਕਾਹਦੇ ਲੱਗਾ।
ਉਹਨੇ ਕਿਹਾ ਸੀ ਵੀ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਛ ਨਹੀਂ ਆਦ ਜੀ। ਉਹ ਕਹਿੰਦਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਉਹ ਨਹੀਂ ਕਰਾਮਾਤਾਂ ਕਰਨੀਆਂ ਹੁੰਦੀਆਂ ਤੇ ਬੇਬੇ ਨਾਨਕੀ ਜਿਹੜੀ ਉਹਦੇ ਕੋਈ ਬੱਚਾ ਨਹੀਂ ਸੀ ਉਹਨਾਂ ਦੀ ਭੈਣ ਦੇ, ਉੱਥੇ ਵੀ ਉਹ ਕਰਾਮਾਤ ਕਰਕੇ ਦਿਖਾ ਸਕਦੇ ਪਰ ਨਹੀਂ, ਕੁਦਰਤ ਦੀ ਕੀਤੀ ਨੂੰ ਉਹਨੇ ਮੋੜਿਆ ਨਹੀਂ ਜੀ। ਉਹਨੇ ਕਿਹਾ ਵੀ ਕੁਦਰਤ ਦੀ ਕਰਨੀ ਜਿਹੜੀ ਆ ਉਹੀ ਸੱਚ ਆ, ਇਹਨੂੰ ਨਾ ਮੋੜ ਸਕਦਾ ਕੋਈ, ਨਾ ਤਰੋੜ ਸਕਦਾ ਜੀ। ਤੇ ਕਰਮ ਕਰਨਾ ਚਾਹੀਦਾ, ਸੱਚ ਬੋਲੋ, ਕਰਮ ਕਰੋ, ਕਿਰਤ ਦੀ ਖਾਓ ਜੀ। ਹੁਣ ਉਹਨੇ ਫਿਰ ਜਦੋਂ ਇੱਕ ਉਹ ਤਾਂ ਚਲੋ ਫੋਟੋ ਬਣਾ ਲਈ ਵੀ ਇੱਕ ਪਾਸੇ ਖੂਨ ਨਿਕਲਦਾ ਰੋਟੀ ਚੋਂ, ਇੱਕ ਪਾਸੇ ਦੁੱਧ ਨਿਕਲਦਾ, ਉਹਨੇ ਕਿਹਾ ਵੀ ਜਿਹੜੀ ਕਿਰਤ ਦੀ ਆ ਕਮਾਈ ਉਹਦੇ ਉਹ ਦੁੱਧ ਵਾਂਗ ਰਿਹਾ, ਜਿਹੜੀ ਕਮਾਈ ਹੈਗੀ ਆ ਬੇਈਮਾਨੀ ਦੀ ਉਹ ਖੂਨ ਹੈ ਜੀ। ਫਿਰ ਉਹਨੇ ਜਦੋਂ ਆਪਣੇ ਬੱਚੇ ਵੀ ਨਹੀਂ ਆਪਣੇ ਹਿਸਾਬ ਨਾਲ ਚੱਲੇ ਤੇ ਉਹਨਾਂ ਨੂੰ ਵੀ ਵੱਖ ਕਰ ਦਿੱਤਾ। ਉਹ ਇੱਕ ਸੁਧਾਰਵਾਦੀ ਸੀਗੇ, ਸੁਧਾਰਵਾਦੀ ਅਸੀਂ ਉਹਨਾਂ ਦੀ ਸੋਚ ਨੂੰ ਉਧਰ ਨੂੰ ਲਗਾਏ ਨਹੀਂ, ਨਾ ਲੋਕਾਂ ਦੇ ਪਹੁੰਚਾਇਆ ਕਿੱਥੇ। ਅਸੀਂ ਸਾਰੇ ਦੇਖਿਆ ਯੂਪੀ ਸਾਡੇ ਬੰਦੇ ਗਏ ਉਹ 100 ਸਾਲ ਹੋ ਗਿਆ, ਇੱਕ ਵੀ ਬੰਦਾ ਤੇ ਸਿੱਖ ਨਹੀਂ ਉਹਨਾਂ ਤੇ ਬਣਿਆ। ਕੈਨੇਡਾ 'ਚ ਅਸੀਂ ਦੇਖਦੇ ਹਾਂ ਇੱਥੇ ਵੀ ਹਾਲ ਇਹਨਾਂ ਦਾ ਇਹੀ ਹੈ, ਲੰਗਰ ਛਕ ਲਿਆ ਜਾਂ ਹੋਰ ਤਾਂ ਪ੍ਰੋਗਰਾਮ ਕੁਝ ਨਹੀਂ ਹੈ, ਕਿਉਂਕਿ ਸਾਨੂੰ ਬਦਲਣਾ ਪੈਣਾ ਸਮਾਜ, ਸਾਨੂੰ ਆਪਣਾ ਜਿਹੜਾ ਪ੍ਰਚਾਰ ਸਿਸਟਮ ਵੀ ਬਦਲਣਾ ਪੈਣਾ, ਤਾਂ ਹੀ ਕੁਛ ਬਣੂਗਾ। ਜੀ ਜੀ ਬਿਲਕੁਲ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਪੱਖ ਰੱਖਿਆ। ਤਾਂ ਬਹੁਤ ਵਧੀਆ ਲੱਗਦਾ ਜਦੋਂ ਕਾਲਰ ਜੁੜਦੇ ਨੇ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਤੋਂ ਸਿੱਖਣ ਨੂੰ ਮਿਲਦੀਆਂ ਨੇ, ਸੁਣਨ ਨੂੰ ਮਿਲਦੀ ਹੈ। ਸੋ ਇਸ ਤੋਂ ਬਾਅਦ ਆਪਾਂ ਜਿਵੇਂ ਗੁਰਦੁਆਰਿਆਂ ਦੀ ਗੱਲ ਚੱਲੀ ਹੈ, ਗੁਰਦੁਆਰੇ ਸੁਧਾਰ ਦੀ ਗੱਲ ਚੱਲੀ, ਉਹਨਾਂ ਦੇ ਪ੍ਰਬੰਧ ਦੀ ਗੱਲ ਚੱਲੀ ਹੈ, ਤਾਂ ਆਪਾਂ ਦਰਸ਼ਕਾਂ ਦੇ ਨਾਲ ਇਹ ਗੱਲ ਵੀ ਜ਼ਰੂਰ ਸਾਂਝੀ ਕਰਾਂਗੇ ਕਿ 9 ਨਵੰਬਰ ਨੂੰ SGPC ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣ ਵਾਲੀਆਂ ਨੇ। ਤਾਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਉਹਨਾਂ ਦੇ ਉਮੀਦਵਾਰ ਨੇ, ਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਵੀ ਉਮੀਦਵਾਰੀ ਦੇ ਵਿੱਚ ਸ਼ਾਮਿਲ ਨੇ। ਤਾਂ ਉਹਨਾਂ ਵੱਲੋਂ ਜਿਹੜੀ ਇਸ ਦੇ ਵਿੱਚ ਨਵੀਂ ਖਬਰ ਹੈ ਉਹ ਇਹ ਹੈ ਕਿ ਚੋਣ ਮੈਨੀਫੈਸਟੋ ਹੈ ਜਿਹੜਾ ਉਹ ਆਪਣਾ ਦਿੱਤਾ ਗਿਆ। ਤਾਂ ਸੁਰਖੀਆਂ ਦੇ ਵਿੱਚ ਜੋ ਗੱਲ ਇਹ ਹੈ ਕਿ ਪਹਿਲੀ ਵਾਰ ਇਹ ਹੋ ਰਿਹਾ ਕਿ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੋਵੇ। ਬਲਦੀਪ ਜੀ ਤੁਸੀਂ ਕੀ ਕਹੋਗੇ? ਬਿਲਕੁਲ ਨਵਦੀਪ, ਇਹ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ SGPC ਚੋਣਾਂ ਦੇ ਵਿੱਚ ਕਿਸੇ ਉਮੀਦਵਾਰ ਨੇ ਪਹਿਲਾਂ ਤਾਂ ਉਮੀਦਵਾਰ ਵੀ ਅੜ ਕੇ ਹੀ ਕਹਿ ਲਓ ਵੀ ਮੈਂ ਤਾਂ ਖੜਨਾ ਹੀ ਖੜਨਾ, ਇਹ ਵੀ ਪਹਿਲੀ ਵਾਰ ਹੋ ਰਿਹਾ। ਉੱਤੋਂ ਮੈਨੀਫੈਸਟੋ ਜਿਹੜਾ ਜਾਰੀ ਹੈ ਉਹ ਵੀ ਪਹਿਲੀ ਵਾਰ ਹੋਇਆ। ਅਕਾਲੀ ਦਲ ਦੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਜਿਹੜਾ ਉਹ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ ਉਹ ਖੜਾਇਆ ਗਿਆ, ਪਰ ਦੂਜੇ ਪਾਸੇ ਬੀਬੀ ਜਗੀਰ ਕੌਰ ਪਿਛਲੇ ਕਈ ਦਿਨਾਂ ਤੋਂ ਇਹ ਉਹਨਾਂ ਦਾ ਆਵਾਜ਼ ਬੁਲੰਦ ਕਰ ਰਹੀ ਸੀ ਕਿ ਮੈਂ ਵੀ ਜਿਹੜਾ ਉਹ ਚੋਣ ਲੜਨੀ ਹੈਗੀ ਆ SGPC ਦੀ। ਔਰ ਹਾਲਾਂਕਿ ਕਾਫੀ ਜ਼ਿਆਦਾ ਬਗਾਵਤੀ ਸੁਰ ਵੀ ਨਜ਼ਰ ਆਏ ਨੇ। SGPC ਦੀ ਚੋਣ ਜਿਹੜੀ ਹੈਗੀ ਆ ਉਸ ਦੇ ਵਿੱਚ ਬੀਬੀ ਜਗੀਰ ਕੌਰ ਵੀ ਲੜਨਗੇ। ਔਰ ਜਿੱਥੇ ਤੱਕ ਸੀਟਾਂ ਦੀ ਗੱਲ ਹੈ, ਸੀਟਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਜਿਹੜਾ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਕੱਲ ਬਿਆਨ ਸੀ ਕਿ 30 ਤੋਂ 35 ਜਿਹੜੇ SGPC ਮੈਂਬਰ ਹੈਗੇ ਨੇ ਉਹ ਉਹਨਾਂ ਦੇ ਨਾਲ ਨੇ ਤੇ ਉਹਨਾਂ ਦੀ ਵੋਟ ਜਿਹੜੀ ਆ ਬੀਬੀ ਜਗੀਰ ਕੌਰ ਨੂੰ ਜਾਏਗੀ। ਇਸ ਤੋਂ ਇਲਾਵਾ ਕਹਿੰਦੇ ਵੀ ਜਿਹੜੇ ਕੁਝ ਮੈਂਬਰ ਨੇ ਉਹ ਕਾਂਗਰਸੀ ਸੋਚ ਰੱਖਦੇ ਨੇ ਜਾਂ ਭਾਜਪਾ ਸੋਚ ਰੱਖਦੇ ਨੇ, ਉਹਨਾਂ ਦੀ ਵੋਟ ਵੀ ਕਹਿੰਦੇ ਬੀਬੀ ਜਗੀਰ ਕੌਰ ਨੂੰ ਜਾਏਗੀ। ਔਰ ਹੁਣ ਮੁਕਾਬਲਾ ਜਿਹੜਾ ਉਹ ਬੀਬੀ ਜਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵਿਚਾਲੇ ਆ। 9 ਨਵੰਬਰ ਨੂੰ ਇਹ ਫਾਈਟ ਹੈ ਜਿਹੜੀ ਉਹ ਹੋਏਗੀ। ਬੀਬੀ ਜਗੀਰ ਕੌਰ 4 ਵਾਰ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਨੇ ਔਰ ਐਤਕੀ ਉਹਨਾਂ ਨੇ ਜਿਹੜੀ ਬਹਿਸ ਨੂੰ ਤੇਜ਼ ਕੀਤਾ ਉਹ ਲਿਫਾਫਾ ਕਲਚਰ ਵਾਲੀ ਬਹਿਸ ਨੂੰ ਤੇਜ਼ ਕੀਤਾ। ਸੁਖਦੇਵ ਸਿੰਘ ਢੀਂਡਸਾ ਤਾਂ ਇੱਥੋਂ ਤੱਕ ਕਹਿ ਗਏ, ਕਹਿੰਦੇ ਕਿ ਜਿੱਤ ਤਾਂ ਦੇਖੋ ਬੀਬੀ ਜੀ ਦੀ ਪਹਿਲੀ ਜਿੱਤ ਤਾਂ ਹੋ ਗਈ, ਕਹਿੰਦੇ ਵੀ ਹਰ ਵਾਰ ਲਿਫਾਫੇ ਦੇ ਵਿੱਚੋਂ ਪ੍ਰਧਾਨ ਨਿਕਲਦਾ ਹੁੰਦਾ ਸੀ, ਐਤਕੀ ਲਿਫਾਫੇ ਦੇ ਵਿੱਚੋਂ ਨਹੀਂ ਨਿਕਲਣਾ ਹੈਗਾ, ਚੋਣ ਹੋਏਗੀ, ਚੋਣ ਦੇ ਵਿੱਚੋਂ ਪ੍ਰਧਾਨ ਜਿਹੜਾ ਉਹ ਨਿਕਲੇਗਾ। ਇਹ ਕਹਿੰਦੇ ਪਹਿਲੀ ਜਿੱਤ ਹੈ। ਬੀਬੀ ਜਗੀਰ ਕੌਰ ਇਹੀ ਕਰਨਾ ਚਾਹੁੰਦੀ ਸੀ ਵੀ ਲਿਫਾਫੇ ਦੇ ਵਿੱਚੋਂ ਪ੍ਰਧਾਨ ਨਾ ਨਿਕਲੇ। ਢੀਂਡਸਾ ਸਾਹਿਬ ਉਹਨਾਂ ਦੀ ਗੱਲ ਤੇ ਜਿਹੜੀ ਹੈ ਕਹਿ ਲਓ ਵੀ ਮੋਹਰ ਲਾਉਂਦੇ ਹੋਏ ਕਹਿੰਦੇ ਕਿ ਪਹਿਲੀ ਜਿੱਤ ਤਾਂ ਬੀਬੀ ਦੀ ਹੋ ਗਈ ਆ, ਦੂਜੀ ਜਿੱਤ ਵੀ ਕਹਿੰਦੇ ਵੀ ਉਹ ਹੋ ਜਾਏਗੀ ਵੀ ਸਾਡੇ ਨਾਲ ਇੰਨੇ ਮੈਂਬਰ ਹੈਗੇ ਨੇ। ਚਲੋ 9 ਨਵੰਬਰ ਨੂੰ ਹੁਣ ਇਸ ਦਾ ਫੈਸਲਾ ਹੋਏਗਾ ਵੀ ਬੀਬੀ ਜਗੀਰ ਕੌਰ ਜਿੱਤਦੇ ਨੇ ਜਾਂ ਹਰਜਿੰਦਰ ਸਿੰਘ ਧਾਮੀ। ਪਰ ਬੀਬੀ ਜਗੀਰ ਕੌਰ ਦੀ ਇੱਕ ਗੱਲ ਇਹ ਵੀ ਹੈ ਵੀ 4 ਵਾਰ ਉਹ ਖੁਦ ਪ੍ਰਧਾਨ ਰਹੇ ਨੇ, ਉਸ ਵੇਲੇ ਕੀ ਗੱਲ ਲਿਫਾਫਾ ਕਲਚਰ ਦਾ ਚੇਤਾ ਨਹੀਂ ਸੀ ਆਇਆ। ਐਤਕੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਆਪਾਂ ਕਹਿ ਲਈਏ ਮੂਡ ਜਾਂ ਸੁਭਾਅ ਨਹੀਂ ਸੀ ਬੀਬੀ ਜਗੀਰ ਕੌਰ ਨੂੰ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਖੜਾ ਕਰਨ ਦਾ, ਤਾਂ ਇਸ ਕਰਕੇ ਲਿਫਾਫਾ ਕਲਚਰ ਦਾ ਚੇਤੇ ਆ ਗਿਆ ਵੀ ਐਤਕੀ ਲਿਫਾਫਾ ਕਲਚਰ ਦਾ ਜਿਹੜਾ ਉਹ ਜਿਹੜਾ ਛਿੰਝਣੀ ਛੇੜੀ ਜਾਵੇ ਔਰ ਉਸ ਤੋਂ ਬਾਅਦ ਫਿਰ ਜਿਹੜਾ ਇਲੈਕਸ਼ਨ ਜਿਹੜੀ ਹੈ ਲੜ ਹੋਏਗੀ।
ਤੋ ਖੈਰ ਹੁਣ 2 ਪ੍ਰਤੀਦਵੰਦੀ ਮੈਦਾਨ ਦੇ ਵਿੱਚ ਹੈਗੇ ਨੇ, ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ। 9 ਨਵੰਬਰ ਨੂੰ ਚੋਣਾਂ ਨੇ, ਦੇਖਦੇ ਆ ਕਿ ਕੌਣ ਕਾਬਿਜ਼ ਹੁੰਦਾ। ਮੈਨੀਫੈਸਟੋ ਦੀ ਗੱਲ ਕਰੀਏ ਤਾਂ ਮੈਨੀਫੈਸਟੋ ਦੇ ਵਿੱਚ ਬੀਬੀ ਜਗੀਰ ਕੌਰ ਇਹ ਕਹਿ ਰਹੇ ਨੇ ਕਿ SGPC ਦਾ ਪ੍ਰਬੰਧ ਹੈ ਜਿਹੜਾ ਉਹ ਵਧੀਆ ਕੀਤਾ ਜਾਏਗਾ, ਜ਼ਿਆਦਾ ਟਰਾਂਸਪੇਰੈਂਸੀ ਲਿਆਂਦੀ ਜਾਏਗੀ ਜਾਂ ਹੋਰ ਚੰਗਾ ਕੀਤਾ ਜਾਏਗਾ। ਇਹਦਾ ਮਤਲਬ ਸਵਾਲ ਇਹ ਵੀ ਖੜਾ ਹੁੰਦਾ ਵੀ 4 ਵਾਰ ਤੁਸੀਂ ਪਹਿਲਾਂ ਪ੍ਰਧਾਨ ਰਹੇ ਆ, ਪਹਿਲਾਂ ਤੁਸੀਂ ਟਰਾਂਸਪੇਰੈਂਸੀ ਬਾਰੇ ਕੁਝ ਨਹੀਂ ਸੋਚਿਆ ਜਾਂ ਪਹਿਲਾਂ ਕੁਝ ਚੰਗੇ ਪ੍ਰਬੰਧ ਬਾਰੇ ਕੁਝ ਨਹੀਂ ਸੋਚਿਆ। ਇਹ ਵੀ ਸਵਾਲ ਜਿਹੜੇ ਨੇ ਖੜੇ ਬੀਬੀ ਜਗੀਰ ਕੌਰ ਦੇ ਵੀ ਹੁੰਦੇ ਨੇ। ਜੀ ਬਿਲਕੁਲ, ਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਛੋਟੀ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਭ ਤੋਂ ਵੱਧ ਸਮੂਹ ਸੰਗਤ ਨੂੰ, ਦੇਸ਼ਾਂ ਵਿਦੇਸ਼ਾਂ ਬਾਰੇ ਸੰਗਤ ਨੂੰ ਗੁਰੂ ਨਾਨਕ ਦੇਵ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ। ਜੀ ਤੁਹਾਨੂੰ ਵੀ। ਹਾਂਜੀ ਹਾਂਜੀ। ਤੇ ਭੈਣ ਜੀ ਮੁੱਦਾ ਕੀ, ਮੈਨੂੰ ਮੁੱਦੇ ਬਾਰੇ ਦੱਸੋ। ਮੈਂ ਥੋੜਾ ਲੇਟ ਵੈਸ ਸੁਣ ਰਿਹਾ ਜੀ, ਮੈਨੂੰ ਮੁੱਦਾ ਦੱਸੋ ਅੱਜ ਦਾ ਮੁੱਦਾ ਕੀ ਹੈ ਜੀ। ਬੇਸਿਕਲੀ ਸ਼ੁਰੂਆਤ ਤਾਂ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੋਂ ਲੈ ਕੇ ਕੀਤੀ ਹੈ ਜੀ, ਕਿ ਦੇਸ਼ ਵਿਦੇਸ਼ ਦੇ ਵਿੱਚ ਸੰਗਤ ਮਨਾ ਰਹੀ ਹੈ, ਗੁਰੂ ਘਰਾਂ ਦੇ ਵਿੱਚ ਕਿਹੋ ਜਿਹੇ ਸਮਾਗਮ ਚੱਲ ਰਹੇ ਨੇ, ਕਿ ਸਾਰਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਨਾ। ਤੇ ਉਸ ਤੇ ਵੀ ਕਾਫੀ ਵਿਚਾਰ ਚਰਚਾ ਹੋਈਆਂ, ਤਾਂ ਵੱਖੋ ਵੱਖਰੇ ਦੇਸ਼ਾਂ 'ਚੋਂ ਜਿਹੜੀਆਂ ਕਾਲਸ ਵੀ ਆ ਰਹੀਆਂ ਨੇ, ਦੱਸ ਰਹੇ ਨੇ। ਸੋ ਨਾਲ ਦੀ ਨਾਲ SGPC ਦੀਆਂ ਚੋਣਾਂ ਨੂੰ ਲੈ ਕੇ ਵੀ ਗੱਲ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਉਮੀਦਵਾਰ ਨੇ, ਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਹੈ ਜਿਹੜੀ, ਉਹ ਵੀ ਮੈਦਾਨ ਦੇ ਵਿੱਚ ਡਟੇ ਹੋਏ ਨੇ। ਤੇ ਤੀਜੀ ਗੱਲ ਜਿਹੜੀ ਚੱਲ ਰਹੀ ਹੈ ਉਹ ਚੱਲ ਰਹੀ ਹੈ ਕਿ ਨਰਿੰਦਰ ਮੋਦੀ ਨੇ ਡੇਰਾ ਬਿਆਸ ਦਾ ਦੌਰਾ ਕੀਤਾ ਤੇ ਉਹਨਾਂ ਦੀ ਬੰਦ ਕਮਰਾ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਕੁਝ ਖਾਸ ਰਿਹਾ, ਇਹ ਤਾਂ ਆਉਣ ਵਾਲਾ ਵਕਤ ਹੀ ਚੱਲੇਗਾ, ਪਰ ਚਰਚਾ ਬਹੁਤ ਜਾਰੀ ਹੈ ਜਿਹੜੀ ਉਹ ਛਿੜੀ ਹੋਈ ਹੈ। ਹੁਣ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਖਬਰ ਤੇ ਗੱਲਬਾਤ ਕਰਨਾ ਪਸੰਦ ਕਰੋਗੇ। ਤੇ ਅਸੀਂ ਤਾਂ ਆਪਣੇ ਪਹਿਲੀ, ਮੈਂ ਤਾਂ ਗੁਰੂ ਨਾਨਕ ਦੇਵ ਦੇ ਫਲਸਫੇ ਤੇ ਗੱਲ ਕਰਨੀ। ਮੈਂ ਤਾਂ ਕਹਿੰਦਾ ਜੀ, ਦੇਖੋ ਗੁਰੂ ਨਾਨਕ ਦੇਵ ਜਿਹੜੀ ਫਲਸਫੀ ਸੀ ਉਹ ਆਪਾਂ ਕਿਰਤ ਕਰਨੀ, ਬਣ ਛਕਣਾ ਜੀ। ਤੇ ਉਸ ਹਿਸਾਬ ਨਾਲ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਜੀ, ਉਹ ਹਿਸਾਬ ਨਾਲ ਦੇ ਲਓ। ਤੇ ਹੁਣ ਆਪਣੇ ਜਿੰਨੇ ਰਾਗੀ ਢਾਡੀ ਲੋਕ, ਜਿੰਨੇ ਪ੍ਰਚਾਰਕ ਆ, ਦੇਖੋ, ਤੇ ਉਹ ਤਾਂ ਆਪਣੇ ਅਮੀਰ ਹੋ ਰਿਹਾ ਜੀ। ਦੇਖੋ ਗੁਰੂ ਸਾਹਿਬ ਤੇ ਜੋ ਸਿੱਖਿਆਵਾਂ ਤੇ ਆਪਾਂ ਤਾਂ ਅਮਲ ਨਹੀਂ ਕਰ ਰਹੇ, ਸਿਰਫ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਆ ਜੀ। ਜਿਹੜੇ ਸਿੱਖਿਆਵਾਂ ਤੇ ਲਿਖੇ ਉਸ ਤੇ ਆਪਾਂ ਅਮਲ ਨਹੀਂ ਕਰ ਰਹੇ ਜੀ, ਸਿਰਫ ਆਪਾਂ ਇਹਨਾਂ ਨੂੰ ਮੱਥਾ ਟੇਕਣ ਤੱਕ ਸੀਮਿਤ ਰੱਖ ਲਿਆ ਜੀ। ਚਾਰ ਮਾਲਾ ਸਾਹਿਬ ਚੜਾਉਣ ਤੋਂ ਸੀਮਿਤ ਰੱਖ ਲਿਆ ਜੀ, ਤੇ ਬਾਕੀ ਇਹਨਾਂ ਤੇ ਜੀ ਅਮਲ ਨਹੀਂ ਹੋ ਰਿਹਾ ਜੀ। ਜਿਸ ਹਿਸਾਬ ਨਾਲ ਜੇ ਇਹਨਾਂ ਦੀ ਫਲਸਫੇ ਚਲੇ ਜਾਵੇ, ਸਿੱਖ ਆਪਣੇ ਕੌਮ ਅਮੀਰ ਹੋ ਸਕਦੀ ਹੈ ਜੀ। ਦੇਖੋ ਸਿੱਖ ਆਪਣੇ ਕਿੰਨੇ ਗਰੀਬ ਆ ਜੀ। ਹੁਣ ਅਸੀਂ ਭੈਣ ਜੀ ਕਹਿੰਦੇ ਵੀ ਸਿੱਖ ਜਿਹੜੇ 2% ਆ, 2% ਲੈ ਕੇ ਚੱਲੀ ਜਾਂਦੇ। ਇਹਦੇ ਵਿੱਚ ਸਿੱਖ ਆਪਣੇ ਕਿੰਨੇ ਕਰੋੜ ਸਿੱਖ ਜਿਹੜੇ ਜੀ ਆਪਣੇ ਮਹਾਰਾਸ਼ਟਰ ਬੈਠੇ ਆ, ਜਿਹੜੇ ਸਿੱਧੀ ਸਿੱਖ ਆ, ਤੇ ਉਹਨਾਂ ਦਾ ਦੇਖੋ ਆਪਾਂ ਦਸਵੰਧ ਕਰਕੇ ਕੁਛ ਕਰਦੇ ਹਾਂ ਉਹਨਾਂ ਵਾਸਤੇ। ਉਹਨਾਂ ਵਿਚਾਰੇ, ਉਹ ਤਾਂ ਵੀ ਗਰੀਬੀ ਦੇ ਵਿੱਚ ਲੈ ਆਪਣੇ ਰਹਿ ਰਹੇ ਜੀ। ਨਾ ਉਹਨਾਂ ਕੋਲ ਆਪਣੇ ਰਹਿਣ ਵਾਸਤੇ ਜਗ੍ਹਾ ਹੈ ਜੀ, ਨਾ ਸਕੂਲ ਹੈ, ਨਾ ਕਾਲਜ ਸਕੂਲ ਹੈ, ਨਾ ਕੋਈ ਹਸਪੀਟਲ ਹੈ ਜੀ। ਉਹਨਾਂ ਵਜ੍ਹਾ ਬੱਚਿਆਂ ਬੁਨਿਆਦੀ ਸਹੂਲਤਾਂ ਨਹੀਂ। ਉਹ ਅਸੀਂ ਹੋ ਸਕੇ ਜੀ ਆਪਣੇ, ਤੇ ਇਹਨਾਂ ਜੇ ਸਿੱਖੀ ਵਧਾਉਣੀ ਆ ਜੀ, ਉਹਨਾਂ ਵਿਚਾਰੇ ਗਰੀਬ ਸਿੱਖ ਦੀ ਆਪਣੇ ਬਾਂਹ ਫੜੀ ਜਾਵੇ ਜੀ। ਉਹਨਾਂ ਨੂੰ ਆਪਣੇ ਉਹਨਾਂ ਦੀ ਆਪਣੇ ਤਰੱਕੀ ਵੱਲ ਨੂੰ ਜਾਣਾ ਚਾਹੀਦਾ, ਆਪਣੇ ਤਰੱਕੀ ਵੱਲ ਉਹਨਾਂ ਵਾਸਤੇ ਆਪਾਂ ਪੈਸਾ ਦਸਵੰਧ ਕਰਕੇ ਆਪਣੇ ਉਹਨਾਂ ਦੀ ਹੈਲਪ ਕਰੀਏ। ਇਹ ਸਿੱਖੀ ਦਾ ਜੀ, ਇਹ ਗੁਰੂ ਨਾਨਕ ਦੇਵ ਦਾ ਫਲਸਫਾ ਜੀ, ਤੇ ਇਸ ਤੇ ਆਪਾਂ ਅਮਲ ਕਰੀਏ ਜੀ, ਸਾਰੇ ਸਿੱਖ ਮਿਲ ਕੇ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਨਵਦੀਪ ਜੀ, ਸਤਿ ਸ਼੍ਰੀ ਅਕਾਲ। ਮੈਂ ਪਹਿਲੀ ਵਾਰੀ ਕਾਲ ਕਰ ਰਹੀ ਹਾਂ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਸੁਣ ਰਹੇ ਸੀ ਪ੍ਰੋਗਰਾਮ, ਬੜਾ ਵਧੀਆ ਲੱਗ ਰਿਹਾ। ਤੇ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਸਾਰੇ ਪਾਸੇ ਆਲ ਇਨ ਵਰਲਡ ਸਾਰਾ ਮਨਾ ਰਹੇ ਅਸੀਂ, ਜਿੰਨੇ ਵੀ ਨਾਮ ਗੁਰੂ ਨਾਨਕ ਨਾਮ ਲੈਵਾ ਨੇ ਜੀ। ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਬਹੁਤ। ਹਾਂਜੀ, ਮੈਂ ਸੁਣਦੀ ਸੀ ਤੁਹਾਡਾ ਪ੍ਰੋਗਰਾਮ ਤਾਂ ਬਹੁਤ ਵਧੀਆ ਹੁੰਦਾ, ਤੁਸੀਂ ਕਿਸੇ ਨਾ ਕਿਸੇ ਵਧੀਆ ਟੌਪਿਕ ਤੇ ਗੱਲ ਕਰਦੇ ਹੋ ਜੀ। ਤੇ ਜਿਹੜੀ ਤੁਸੀਂ ਹੁਣ ਅੱਜ ਗੱਲ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਦੀ, ਹੈ ਨਾ, ਮੈਂ ਵੀ ਸੁਣਦੀ ਰਹਿੰਦੀ ਹਾਂ ਵੈਸੇ। ਤੇ ਜਿਵੇਂ ਹੁਣ ਜਗੀਰ ਕੌਰ ਜਿਹੜੇ ਨੇ, ਉਹ ਮਤਲਬ ਜੇ ਕਹਿੰਦੇ ਨੇ ਵੀ ਮੈਂ ਚੇਂਜ ਕਰਨਾ ਚਾਹੁੰਦੀ ਹਾਂ, ਹੈ ਨਾ, ਸਾਰੇ ਕਹਿੰਦੇ ਨੇ ਵੀ ਜੇ 4 ਵਾਰੀ ਬਣੇ ਪ੍ਰਧਾਨ ਤੇ ਉਦੋਂ ਕਿਉਂ ਨਹੀਂ ਕੀਤਾ। ਪਰ ਇਹ ਵੀ ਹੁਣ ਇਹ ਵੀ ਹੈ ਨਾ ਵੀ ਲੋਕਾਂ ਦੀ ਜਿਹੜੀ ਆਵਾਜ਼ ਹੈ ਹੁਣ ਜ਼ਿਆਦਾ ਇਸੇ ਕਰਕੇ ਹੈ ਵੀ ਅਕਾਲੀ ਦਲ ਥੱਲੇ ਜਾ ਰਿਹਾ, ਤੇ ਉਹਨੂੰ ਮਤਲਬ ਕਿੱਦਾਂ ਅਸੀਂ ਉੱਤੇ ਚੁੱਕ ਸਕਦੇ ਹਾਂ, ਹੈ ਨਾ। ਤੇ ਜੇ ਤੇ ਇਸ ਸੋਚ ਨੂੰ ਲੈ ਕੇ ਬੀਬੀ ਜਗੀਰ ਕੌਰ ਕਹਿ ਰਹੇ ਵੀ ਇਹਦੇ 'ਚ ਚੇਂਜ ਆਏਗੀ, ਤੇ ਮੈਂ ਕਰਦੀ ਅੱਗੇ ਹੋ ਕੇ, ਤੇ ਮੈਨੂੰ ਸਪੋਰਟ ਕਰੋ, ਹੈ ਨਾ। ਤੇ ਇਸ ਹਿਸਾਬ ਨਾਲ, ਮੇਰੇ ਹਿਸਾਬ ਨਾਲ, ਫਿਰ ਉਹਨਾਂ ਨੂੰ ਸਪੋਰਟ ਕਰਨੀ ਬਣਦੀ ਹੈ ਤਾਂ ਕਿ ਕੁਛ ਚੇਂਜ ਆ ਸਕੇ। ਜੇ ਉਹ ਕਹਿੰਦੇ ਤੇ ਕੁਛ ਕਰਨਗੇ ਵੀ, ਨਹੀਂ ਕਰਨਗੇ ਤਾਂ ਫਿਰ ਉਹਨਾਂ ਨੂੰ ਵੀ ਐਵੇਂ ਫਿਰ ਗੱਲਾਂ ਹੋਰ ਸੁਣਨੀਆਂ ਪੈਣਗੀਆਂ ਜਿੱਦਾਂ ਹੁਣ ਮਤਲਬ ਲੋਕ ਕਰ ਰਹੇ ਆ, ਹੈ ਨਾ। ਤੇ ਜੇ ਉਹ ਏਦਾਂ ਇਨੀਸ਼ੀਏਟਿਵ ਲੈ ਰਹੇ ਤੇ ਮੇਰੇ ਹਿਸਾਬ ਨਾਲ ਮਤਲਬ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਤੇ ਲੈਟਸ ਮਤਲਬ ਥਿੰਕ ਫॉर द ਗੁੱਡ, ਹੈ ਨਾ। ਜੀ ਜੀ ਜੀ, ਮੇਰੀ ਇਹੀ ਵਿਚਾਰ ਹੈਗੀ ਹੈ। ਥੈਂਕ ਯੂ ਸੋ ਮਚ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤਾਂ
ਬਲਦੀਪ ਜੀ ਉੱਥੇ ਹੀ ਗੱਲ ਇਹ ਵੀ ਆ ਜਾਂਦੀ ਹੈ ਕਿ ਸਿਸਟਮ ਦੇ ਵਿੱਚ ਰਹਿ ਕੇ ਪਤਾ ਲੱਗਦਾ ਵੀ ਆਖਿਰਕਾਰ ਕੀ ਕੁਝ ਆ ਜਿਹੜਾ ਉਹ ਕਿਵੇਂ ਚੱਲ ਰਿਹਾ ਹੈ ਨਾ। ਤਾਂ ਜਿਵੇਂ ਕਾਲਰ ਸਾਡੇ ਨਾਲ ਜੁੜੇ ਸੀ ਤਾਂ ਇਹਨਾਂ ਦਾ ਕਹਿਣਾ ਵੀ ਬਿਲਕੁਲ ਸਹੀ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਤਰੀਕੇ ਦੀ SGPC ਦੇ ਵਿੱਚ ਕੀ ਕੁਝ ਹੁੰਦਾ ਆਪਾਂ ਨੂੰ ਵੀ ਪਤਾ ਹੈ ਨਾ। ਤਾਂ ਦਰਸ਼ਕ ਵੀ ਸਾਡੇ ਸਭ ਕੁਝ ਜਾਣਦੇ ਨੇ ਕਿ ਜਿਵੇਂ ਪਹਿਲਾਂ ਕਾਲਰ ਜੁੜੇ ਸੀ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜੇ ਜਾਈਏ, ਭਾਰਤ ਦੇ ਵੱਖ-ਵੱਖ ਏਰੀਏ ਦੇ ਵਿੱਚ ਜਿੱਥੇ ਸਿੱਖ ਕੌਮ ਰਹਿੰਦੀ ਹੈ, ਉਹਨਾਂ ਦੀਆਂ ਲਗਾਤਾਰ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿਵੇਂ ਉਹਨਾਂ ਦੇ ਨਾਲ ਕੁੱਟ-ਕਟਾਪਾ ਹੁੰਦਾ, ਪੁਲਿਸ ਕਿੱਦਾਂ ਦਾ ਉਹਨਾਂ ਨਾਲ ਤਸ਼ੱਦਦ ਕਰਦੀ ਹੈ, ਕੋਈ ਵੀ ਕਿਤੇ ਵੀ ਕੋਈ ਵੀ ਕਾਂਡ ਹੁੰਦਾ ਤਾਂ ਨਾਲ ਦੀ ਨਾਲ ਸਿੱਖਾਂ ਨੂੰ ਟਾਰਗੇਟ ਕਰ ਲਿਆ ਜਾਂਦਾ। ਇਹ ਗੱਲ ਸੱਚ ਹੈ ਨਾ। ਤਾਂ ਜਿਵੇਂ ਗਰੀਬੀ ਦੀ ਗੱਲ ਕਰ ਲਈਏ, ਸਿੱਖਿਆ ਦੀ ਗੱਲ ਕਰ ਲਈਏ, ਹਸਪਤਾਲਾਂ ਦੀ ਗੱਲ ਕਰ ਲਈਏ, ਤਾਂ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਪਿੰਡ ਨੇ ਜਿੱਥੇ ਸਾਡੀ ਸਿੱਖ ਕੌਮ ਰਹਿੰਦੀ ਆ, ਜਿੱਥੇ ਬੱਚੇ ਨੇ ਜਿਹੜੇ ਗਰੀਬੀ ਦਾ ਸ਼ਿਕਾਰ ਹੋ ਰਹੇ ਨੇ, ਬੱਚੇ ਨੇ ਜਿਹੜੇ ਉਹਨਾਂ ਦੇ ਹਾਲਾਤ ਇਦਾਂ ਦੇ ਹੋ ਰਹੇ ਨੇ। ਤਾਂ ਅਸੀਂ ਪਹਿਲਾਂ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਤੇ ਅੱਜ ਵੀ ਜ਼ਿਕਰ ਕਰ ਰਹੇ ਆ ਕਿ ਈਸਾਈ ਧਰਮ ਇੰਨਾ ਜ਼ਿਆਦਾ ਪ੍ਰਫੁੱਲਿਤ ਹੋ ਰਿਹਾ ਹੈ ਕਿ ਸਾਡੀ ਸਿੱਖ ਕੌਮ ਮਜਬੂਰ ਹੈ, ਮਾਫੀ ਚਾਹਾਂਗੀ ਮੈਨੂੰ ਸ਼ਬਦ ਯੂਜ਼ ਕਰਨਾ ਪੈ ਰਿਹਾ, ਸਾਡੀ ਸਿੱਖ ਕੌਮ ਹੈ ਜਿਹੜੀ ਉਹ ਮਜਬੂਰ ਹੋ ਰਹੀ ਹੈ ਆਪਣਾ ਧਰਮ ਤਬਦੀਲ ਕਰਨ ਦੇ ਵਿੱਚ, ਕਿਉਂਕਿ ਈਸਾਈ ਨੇ ਜਿਹੜੇ ਉਹ ਉਹਨਾਂ ਨੂੰ ਪੈਸਾ ਵੀ ਦੇ ਰਹੇ ਨੇ, ਈਸਾਈ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੇ ਨੇ, ਉਹਨਾਂ ਨੂੰ ਸਹੂਲਤਾਂ ਦੇ ਰਹੇ ਨੇ, ਉਹਨਾਂ ਨੂੰ ਹਸਪਤਾਲਾਂ ਦੇ ਕਾਰਡ ਵੀ ਬਣਵਾ ਕੇ ਦੇ ਰਹੇ ਨੇ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੋ ਤਾਂ ਤੁਸੀਂ ਉੱਥੇ ਮੁਫਤ ਇਲਾਜ ਕਰਵਾ ਸਕਦੇ ਹੋ। ਉੱਥੇ ਆ ਕੇ ਇੱਕ ਇਨਸਾਨ ਜੋ ਰੋਟੀ ਤੋਂ ਭੁੱਖਾ ਹੈ, ਜੋ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਨਹੀਂ ਦੇ ਸਕਦਾ, ਜੋ ਆਪਣਾ ਇਲਾਜ ਨਹੀਂ ਕਰਾ ਸਕਦਾ, ਉਹ ਕਰੇਗਾ ਤਾਂ ਕੀ ਕਰੇਗਾ। ਤਾਂ ਵਾਕਿਆ ਹੀ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖਿਆਵਾਂ ਲੈਣ ਦੀ ਲੋੜ ਹੈ ਕਿ ਬਹੁਤ ਸਾਰਾ ਕੁਛ ਹੈ ਜਿਹੜਾ SGPC ਆਪਣੀ ਉੱਦਮ ਦੇ ਨਾਲ ਕਰ ਸਕਦੀ ਹੈ। ਬਾਹਰ ਬੈਠੇ ਜਿਹੜੇ ਸਾਡਾ ਸਿੱਖ ਭਾਈਚਾਰਾ ਹੈ ਜੋ ਬਹੁਤ ਸਾਰੇ ਬੱਚਿਆਂ ਨੂੰ ਅਡਾਪਟ ਵੀ ਕਰਦਾ ਹੈ, ਜੋ ਥਾਂ ਥਾਂ 'ਤੇ ਲੰਗਰ ਲਾਉਣ ਦੇ ਲਈ ਵੀ ਜਾਂਦਾ ਹੈ, ਜੋ ਘਰਾਂ ਦੀਆਂ ਉਸਾਰੀਆਂ ਵੀ ਕਰਵਾਉਂਦਾ ਹੈ, ਤਾਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਿੱਖਿਆ ਵੱਲ ਅਤੇ ਸਿਹਤ ਸੁਧਾਰਾਂ ਦੇ ਵੱਲ ਜਿਹੜਾ ਉਹ ਧਿਆਨ ਹੈ ਜਿਹੜਾ ਜ਼ਰੂਰ ਦਿੱਤਾ ਜਾਵੇ ਤਾਂ ਕਿ ਬੱਚਿਆਂ ਨੂੰ ਅਸੀਂ ਐਜੂਕੇਟ ਕਰ ਸਕੀਏ। ਜੋ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਉਹਨਾਂ ਦੇ ਲਈ ਅਸੀਂ ਕੁਝ ਕਰ ਸਕੀਏ, ਇਨਸਾਨਾਂ ਦੀ ਜ਼ਿੰਦਗੀ ਬਚਾ ਸਕੀਏ। ਤਾਂ ਸਭ ਤੋਂ ਵੱਡੀ ਗੱਲ ਕਿ ਸਿੱਖੀ ਦਾ ਪ੍ਰਚਾਰ ਤੇ ਪਸਾਰ ਬੇਹੱਦ ਜ਼ਰੂਰੀ ਹੈ, ਜੋ ਕਿਤੇ ਨਾ ਕਿਤੇ ਘਟਦਾ ਜਾ ਰਿਹਾ, ਵਿਦੇਸ਼ਾਂ ਦੇ ਵਿੱਚ ਜ਼ਰੂਰ ਵਧਦਾ ਜਾ ਰਿਹਾ, ਕਿਉਂਕਿ ਵਿਦੇਸ਼ਾਂ ਦੇ ਵਿੱਚ ਜੋ ਸਾਡੀ ਸਿੱਖ ਕਮਿਊਨਿਟੀ ਰਹਿੰਦੀ ਹੈ ਉਹ ਪੰਜਾਬ ਦੇ ਵਿੱਚੋਂ ਕਥਾਵਾਚਕ ਰਾਗੀ ਢਾਡੀ ਜਥੇ, ਕੀਰਤਨੀ ਜਥੇ, ਉਹਨਾਂ ਨੂੰ ਹਰ ਸਾਲ ਹਰ ਦੂਸਰੇ ਤੀਸਰੇ ਹਫਤੇ ਉੱਥੇ ਬੁਲਾਉਂਦੇ ਨੇ ਗੁਰੂ ਘਰਾਂ ਦੇ ਵਿੱਚ। ਸਪੈਸ਼ਲ ਬੱਚਿਆਂ ਦੇ ਲਈ ਸਕੂਲ ਖੋਲ੍ਹੇ ਗਏ ਨੇ, ਅਕੈਡਮੀਜ਼ ਖੋਲ੍ਹੀਆਂ ਗਈਆਂ ਨੇ ਜਿੱਥੇ ਹਰ ਹਫਤੇ ਬੱਚੇ ਆਉਂਦੇ ਨੇ, ਪੰਜਾਬੀ ਸਿੱਖਣਾ ਚਾਹੁੰਦੇ ਨੇ, ਪੰਜਾਬੀ ਬੋਲਦੇ ਨੇ। ਉੱਧਰਲੇ ਮਾਪੇ ਚਾਹੁੰਦੇ ਨੇ ਕਿ ਸਾਡੇ ਬੱਚੇ ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ ਜੁੜੇ ਰਹਿਣ, ਪਰ ਪੰਜਾਬ ਦੇ ਵਿੱਚ ਜੋ ਘਾਣ ਹੋ ਰਿਹਾ ਹੈ ਉਸ ਨੂੰ ਵੀ ਬਚਾਉਣ ਦੀ ਬੇਹੱਦ ਜ਼ਰੂਰਤ ਹੈ। ਬਿਲਕੁਲ ਬਿਲਕੁਲ। ਔਰ ਇਹੀ ਚੀਜ਼ ਦਾ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਕੁਝ ਲੋਕ ਗਰੀਬੀ ਦੇ ਕਾਰਨ ਜਿਹੜਾ ਉਹ ਆਪਣਾ ਧਰਮ ਤਬਦੀਲ ਕਰ ਜਾਂਦੇ ਨੇ। ਔਰ ਪਿਛਲੇ ਦਿਨੀ ਇਹ ਬੜੀ ਗਰਮ ਚਰਚਾ ਵੀ ਛਿੜੀ ਸੀ ਕਿ SGPC ਜਿਹੜੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ ਉਹ ਕੀ ਕਰ ਰਹੀ ਹੈ ਇਸ ਮਸਲੇ ਦੇ ਵਿੱਚ। ਅਗਰ ਕੋਈ, ਜਿਵੇਂ ਤੁਸੀਂ ਕ੍ਰਿਸਚਨ ਧਰਮ ਦਾ ਜ਼ਿਕਰ ਕੀਤਾ ਕਿ ਇਹ ਚਰਚਾ ਦੇ ਵਿੱਚ ਇਹ ਵੀ ਬੜਾ ਆਇਆ ਕਿ ਪੈਸੇ ਦੇ ਲਾਲਚ ਦੇ ਨਾਲ ਜਿਹੜਾ ਉਹ ਧਰਮ ਤਬਦੀਲ ਕਰਵਾ ਰਿਹਾ ਜਾਂਦਾ, ਤਾਂ ਉਸ ਵੇਲੇ ਇਹ ਚਰਚਾ ਛਿੜੀ ਕਿ SGPC ਜਿਹਦਾ ਬਜਟ ਕਾਫੀ ਵੱਡਾ ਹੈਗਾ ਔਰ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਯੋਗਦਾਨ SGPC ਦੇ ਵਿੱਚ ਪਾਉਂਦੀ ਹੈ, ਆਪਣਾ ਦਸਵੰਧ ਕਹਿ ਲਓ ਜਾਂ ਜਿਸ ਵੀ ਤਰੀਕੇ ਨਾਲ ਸੇਵਾ ਜਿਹੜੀ ਆ ਉਹ ਕੀਤੀ ਜਾਂਦੀ ਹੈ, ਤਾਂ ਉਹ ਠੀਕ ਜਗ੍ਹਾ ਦੇ ਉੱਪਰ ਜਿਹੜਾ ਉਹ ਨਹੀਂ ਲੱਗ ਰਿਹਾ ਹੈਗਾ ਇਸ ਚੀਜ਼ ਦਾ ਜ਼ਿਕਰ। ਤੋਂ ਅਗਰ ਬੀਬੀ ਜਗੀਰ ਕੌਰ ਪ੍ਰਧਾਨ ਬਣਦੇ ਨੇ, ਚੋਣ ਜਿੱਤਦੇ ਨੇ, ਜਾਂ ਕੋਈ ਵੀ ਪ੍ਰਧਾਨ ਬਣੇ, ਚਾਹੇ ਹਰਜਿੰਦਰ ਧਾਮੀ ਬਣਨ ਚਾਹੇ ਬੀਬੀ ਜਗੀਰ ਕੌਰ ਬਣਨ, ਇਹ ਚੀਜ਼ ਦੇ ਉੱਪਰ ਧਿਆਨ ਦੇਣ ਦੀ ਜ਼ਰੂਰ ਲੋੜ ਹੈਗੀ ਹੈ ਕਿ ਜਿਹੜੇ ਗਰੀਬ ਲੋਕ ਨੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਜਾਂ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਘੱਟੋ ਘੱਟ ਟੈਕਲ ਕੀਤਾ ਜਾਵੇ, ਉਹਨਾਂ ਨੂੰ ਘੱਟੋ ਘੱਟ ਨਜਿੱਠ ਲਿਆ ਜਾਵੇ। ਕਿ ਪੰਜਾਬ ਦੇ ਵਿੱਚੋਂ ਪ੍ਰਵਾਸ ਵੀ ਵੱਡੇ ਪੱਧਰ ਤੇ ਇਸੇ ਕਾਰਨ ਕਰਕੇ ਹੋ ਰਿਹਾ ਕਿ ਵਿਦੇਸ਼ਾਂ ਨੂੰ ਜਿਹੜੇ ਨੌਜਵਾਨ ਜਿਹੜੇ ਨੇ ਉਹ ਜਾ ਰਹੇ ਨੇ, ਕਿ ਇੱਥੇ ਜਿਹੜਾ ਉਹਨਾਂ ਆਪਣਾ ਭਵਿੱਖ ਜਿਹੜਾ ਉਹਨਾਂ ਚੰਗਾ ਨਹੀਂ ਦਿਸਦਾ। ਤਾਂ SGPC ਜਿਹੜੇ ਕਈ ਤਰ੍ਹਾਂ ਦੇ ਕਾਲਜ ਰਨ ਕਰਦੀ ਹੈਗੀ ਆ, ਐਜੂਕੇਸ਼ਨਲ ਇੰਸਟੀਟਿਊਟ ਵੀ ਰਨ ਕਰਦੀ ਆ, ਔਰ ਉਹਨਾਂ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਹੈਗੇ ਨੇ, ਬੱਚੇ ਹੈਗੇ ਨੇ, ਉਹਨਾਂ ਦੀ ਚੰਗੀ ਸਿੱਖਿਆ ਔਰ ਘੱਟ ਆਪਾਂ ਕਹਿ ਲਈਏ ਖਰਚੇ ਦੇ ਉੱਪਰ ਸਿੱਖਿਆ ਜਿਹੜੀ ਆ ਉਹਨਾਂ ਨੂੰ ਮੁਹੱਈਆ ਕਰਾਈ ਜਾਣੀ ਚਾਹੀਦੀ ਹੈ, ਤਾਂ ਕਿ ਲੋਕ ਤਾਂ ਹੀ ਜਿਹੜਾ ਉਹਨਾਂ ਦਾ ਭਲਾ ਹੋ ਸਕਦਾ, ਜਾਂ ਸਿੱਖ ਕੌਮ ਦਾ ਆਪਾਂ ਕਹਿ ਲਈਏ ਕਿ ਉਸੇ ਚੀਜ਼ ਦੇ ਨਾਲ ਭਲਾ ਹੋ ਸਕਦਾ। ਸੋ ਅਖੀਰ ਦੇ ਵਿੱਚ ਮੈਂ ਤਾਂ, ਕਿਉਂਕਿ ਹੁਣ ਸਮਾਂ ਆਪਣੇ ਕੋਲ ਬਹੁਤ ਪੂਰਾ ਹੀ ਹੈ, ਔਰ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਵਧਾਈਆਂ। ਔਰ
ਗੁਰਦੁਆਰੇ ਜਾ ਕੇ ਨਤਮਸਤਕ ਹੋਵੋ ਔਰ ਗੁਰੂ ਸਾਹਿਬ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ। ਜੀ ਬਿਲਕੁਲ। ਤੇ ਬਲਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਫੋਨ ਕਾਲਸ ਕਰਦੇ ਹੋ। ਤੁਹਾਡੀਆਂ ਕਾਲਸ ਆਉਂਦੀਆਂ ਨੇ ਤਾਂ ਬਹੁਤ ਵਧੀਆ ਲੱਗਦਾ ਹੈ, ਪਤਾ ਲੱਗਦਾ ਕਿ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਹੋ, ਇਸ ਨੂੰ ਬਹੁਤ ਪਸੰਦ ਕਰਦੇ ਹੋ। ਤੁਹਾਡੇ ਸੁਝਾਅ ਤੇ ਸਵਾਲ ਬੇਹੱਦ ਸਾਡੇ ਲਈ ਜ਼ਰੂਰੀ ਹੁੰਦੇ ਨੇ, ਕੋਸ਼ਿਸ਼ ਕਰਦੇ ਹੁੰਦੇ ਹਾਂ ਸਮਾਂ ਰਹਿੰਦੇ ਉਹਨਾਂ ਸਾਰਿਆਂ ਦੇ ਜਵਾਬ ਦਿੱਤੇ ਜਾਣ। ਫੇਸਬੁੱਕ ਵਾਲੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਕਮੈਂਟਸ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਰੱਖਦੇ ਹੋ, ਉੱਥੇ ਵੀ ਕੋਸ਼ਿਸ਼ ਕਰਦੇ ਹੁੰਦੇ ਸਮਾਂ ਰਹਿੰਦੇ ਉੱਥੇ ਵੀ ਜਵਾਬ ਜਿਹੜੇ ਉਹ ਜ਼ਰੂਰ ਦਿੱਤੇ ਜਾਣ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ, ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।